वाहिगुरू जी का खालसा वाहिगुरू जी की फतेह। मिल बैठी साध संगत जी फतेह दी सांझ पाइए। वाहिगुरू जी का खालसा वाहिगुरू जी की फतेह। माई भागो सेवा सुसाइटी बारे आप सारे जानते ही हो। ਤੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਮਿਲ ਬੈਠੀਆਂ ਰੱਬੀ ਰੂਹਾਂ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾ 5-6 ਸਾਲ ਤੋਂ ਆਪਣੀ ਸੇਵਾ ਜਿਹੜੀ ਹੈ ਪੂਰੀ ਲਗਨ ਨਾਲ ਨਿਭਾ ਰਹੀ ਹੈ। ਸਭ ਤੋਂ ਪਹਿਲਾਂ ਧੰਨਵਾਦ ਭੈਣ ਜੀ ਚੇਅਰਮੈਨ ਰੁਪਿੰਦਰਜੀਤ ਕੌਰ, ਜਿਨ੍ਹਾਂ ਦੀ ਸਭ ਤੋਂ ਪਹਿਲਾਂ ਸਹਿਯੋਗ ਦੇ ਨਾਲ ਸੇਵਾ ਸ਼ੁਰੂ ਹੋਈ। ਉੱਥੋਂ ਦੀ ਜੁੜੀ ਸੰਗਤ, ਕੁਐਂਟਰੀ ਦੀ ਸਿੱਖ ਸੰਗਤ ਦਾ ਬਹੁਤ ਧੰਨਵਾਦ, ਜਿਨ੍ਹਾਂ ਬੀਬੀਆਂ ਦੇ ਸਹਿਯੋਗ ਸਦਕਾ ਤੁਹਾਡੇ ਵਰਗੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਵਿਚਰ ਕੇ, ਤੁਹਾਨੂੰ ਮਿਲ ਕੇ, ਤੁਹਾਡੇ ਹਾਲਾਤਾਂ ਨੂੰ ਜਾਣ ਸਮਝ ਕੇ ਤੇ ਆਪ ਜੀ ਦੀ ਮਦਦ ਕਰਨ ਬਾਰੇ ਸੋਚਿਆ ਗਿਆ। ਇਹ ਸੰਸਥਾ ਜਦੋਂ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਬਹੁਤ ਹੀ, ਸਭ ਤੋਂ ਪਹਿਲਾਂ ਤੇ ਜਿਹੜੀਆਂ ਲੋੜਵੰਦ ਬੱਚੀਆਂ ਜਿਹੜੀਆਂ ਪੜ੍ਹਾਈ ਨਹੀਂ ਕਰ ਸਕਦੀਆਂ, +2 ਕਰਕੇ ਘਰਾਂ 'ਚ ਬੈਠੀਆਂ ਸੀ, ਉਹਨਾਂ ਬਾਰੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੂੰ ਕੋਈ ਸਿਲਾਈ ਸੈਂਟਰ ਖੋਲ੍ਹ ਕੇ ਦਿੱਤਾ ਜਾਵੇ ਤਾਂ ਜੋ ਆਪਣੇ ਹੱਥਾਂ ਦਾ ਕੋਈ ਗੁਣ ਸਿੱਖ ਸਕਣ। ਅਤੇ ਪੀਣ ਯੋਗ ਪਾਣੀ ਜਿਨ੍ਹਾਂ ਦੇ ਘਰਾਂ ਵਿੱਚ ਨਹੀਂ ਸੀ, ਉਹਨਾਂ ਨੂੰ ਨਲਕਿਆਂ ਦਾ ਪ੍ਰਬੰਧ ਕਰਕੇ ਦਿੱਤਾ ਗਿਆ। ਸਾਰੇ ਪਰਿਵਾਰਾਂ ਦੀ, ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦੀ ਸੇਵਾ, ਬੜੀਆਂ ਹੀ ਲੋੜਵੰਦ ਬੱਚੀਆਂ ਦੀ ਆਨੰਦ ਕਾਰਜ ਵੇਲੇ ਮਦਦ, ਸ਼ਗਨ ਸਕੀਮ ਤੌਰ 'ਤੇ ਉਹਨਾਂ ਦੀ ਮਦਦ ਕੀਤੀ ਗਈ। ਪੜ੍ਹਾਈ ਪੱਖੋਂ ਜਿਹੜੇ ਘਰ 'ਚ ਬੈਠੇ ਨੇ ਬੱਚੇ, ਜਿਹੜੇ ਪੜ੍ਹ ਨਹੀਂ ਸਕਦੇ ਪਰ ਉਹਨਾਂ ਨੂੰ ਸ਼ੌਂਕ ਆ ਪੜ੍ਹਾਈ ਕਰਨ ਦਾ, ਅਤੇ ਉਹਨਾਂ ਨੂੰ ਮਤਲਬ ਹੈਲਪ ਕੀਤੀ ਗਈ ਉਹਨਾਂ ਦੀ। ਬਹੁਤ ਧੰਨਵਾਦੀ ਆਪਾਂ ਅੱਜ ਦੇ ਸਾਡੇ ਸਤਿਕਾਰਯੋਗ ਮਹਿਮਾਨ ਸਰਦਾਰ ਸੰਸਾਰ ਸਿੰਘ ਜੀ, ਪ੍ਰਧਾਨ ਸਾਹਿਬ, ਸਾਰਿਆਂ ਦਾ, ਡਾਕਟਰ ਸਾਹਿਬ ਜਿਹੜੇ ਸਾਡੇ ਕੋਲ ਅੱਜ ਆਏ ਨੇ, ਸਾਰੇ ਜਾਣੇ ਆਪਣੇ ਵਿਚਾਰ ਪੇਸ਼ ਕਰਨਗੇ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਨਗੇ, ਤੁਹਾਡੇ ਵੀ ਹਾਲਾਤ ਸੁਣਨਗੇ। ਮੇਰੀ ਸੋਲ ਸਾਹਿਬ ਅੰਕਲ ਜੀ ਨੂੰ ਰਿਕੁਐਸਟ ਹੈ ਕਿ ਆ ਕੇ ਗੱਲਬਾਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਾਈ ਭਾਗੋ ਸੇਵਾ ਸੁਸਾਇਟੀ, ਜਿਹੜੀ ਬਹੁਤ ਹੀ ਚਿਰਾਂ ਤੋਂ, ਭਾਵ 14 ਸਾਲ ਤੋਂ ਚੱਲ ਰਹੀ ਹੈ, ਉਹਦੇ ਹੌਲੀ ਹੌਲੀ ਪ੍ਰਫੁੱਲਤ ਹੁੰਦੀ ਅੱਜ ਸਾਡੇ ਕੋਲ ਬਹੁਤ ਵੱਡੀ ਇਹ ਫੁਲਵਾੜੀ ਬਣ ਚੁੱਕੀ ਹੈ ਕਿ ਤੁਸੀਂ ਵੇਖ ਸਕਦੇ ਹੋ ਕਿੰਨੇ ਸਾਡੇ ਭੈਣ ਭਰਾ ਨੇ ਜਿਹੜੇ ਰਾਸ਼ਨ ਦੇ ਪੱਖੋਂ ਜੁੜੇ ਹੋਏ ਨੇ, ਜਿਹੜੇ ਪੀਣ ਯੋਗ ਪਾਣੀ ਉਹਨਾਂ ਦੇ ਨਾਲ ਜੁੜੇ ਹੋਏ ਸੀ, ਜਿਹੜੇ ਬੱਚਿਆਂ ਦੀ ਮਾਂ-ਬਾਪ ਪੜ੍ਹਾਈ ਨਹੀਂ ਸੀ ਕਰ ਸਕਦਾ ਉਹ ਪਰਿਵਾਰ ਜੁੜੇ ਹੋਏ ਨੇ, ਜਿਹੜੇ ਬੱਚੇ ਸਾਡੇ ਕੋਲ ਸਿਲਾਈ ਸੈਂਟਰ ਖੁੱਲ੍ਹੇ ਸੀ, ਸਿਲਾਈ ਟੀਚਰ, ਸਿਲਾਈ ਵਾਲੇ ਬੱਚੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸੈਂਟਰ ਖੋਲ੍ਹੇ ਹੋਏ ਨੇ, ਉਹ ਪਰਿਵਾਰ ਜੁੜੇ ਹੋਏ ਨੇ। ਉਹ ਪਰਿਵਾਰ ਵੀ ਜਿਨ੍ਹਾਂ ਅਸੀਂ ਬੱਚਿਆਂ ਦੇ ਵਿਆਹ ਸ਼ਾਦੀਆਂ 'ਤੇ ਖਰਚੇ ਕੀਤੇ ਸੀ, ਇਹ ਜੋ ਵੀ ਖਰਚੇ ਹੁੰਦੇ ਰਹੇ ਨੇ ਸਾਡੇ ਮਾਈ ਭਾਗੋ ਸੇਵਾ ਟਰਸਟ ਯੂਕੇ ਵਾਲਿਆਂ ਦੇ ਸਹਿਯੋਗ ਨਾਲ ਹੁੰਦਾ ਰਿਹਾ, ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਫੁਲਵਾੜੀ ਜਿਹੜੀ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਉੱਥੋਂ ਦੀ ਸੰਸਥਾ, ਉੱਥੋਂ ਦਾ ਟਰਸਟ ਅਤੇ ਇੱਥੋਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਅਸੀਂ ਇੱਥੇ ਆਪਣੇ ਸੇਵਾਦਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸੇਵਾ ਨਿਭਾ ਰਹੇ ਸੀ। ਮੈਂ 6 ਸਾਲ ਤੋਂ ਕਰੀਬ ਸਾਰੇ ਇਹਨਾਂ ਭੈਣ ਭਰਾਵਾਂ ਦੇ ਨਾਲ ਜੁੜਿਆ ਹੋਇਆ ਵਾਂ। ਕੋਈ ਵੀ ਪਰਿਵਾਰ, ਕੋਈ ਵੀ ਭੈਣ, ਕੋਈ ਵੀਰ ਆਪਣੇ ਵੱਲੋਂ ਕੋਈ ਵੀ ਮੇਰੇ ਕੋਲ ਕੋਈ ਗਲਤੀ ਜਾਂ ਕਿਸੇ ਕਿਸਮ ਦਾ ਕੋਈ ਔਗਣ ਹੋਇਆ ਹੋਏ, ਕਈ ਵਾਰੀ ਹੁੰਦਾ ਵਾ ਕਿ ਘਰਾਂ ਦੇ ਵਿੱਚ ਜਾਣਾ, ਲੋੜਵੰਦ ਪਰਿਵਾਰਾਂ ਦੀ ਨਿਰੀਖਣ ਕਰਨਾ, ਅਤੇ ਕਈ ਵਾਰੀ ਉਹਨਾਂ ਨੂੰ ਨਾਂਹ ਨੁੱਕਰ ਵੀ ਕਰਨੀ, ਅਤੇ ਕਈ ਵਾਰੀ ਉਹ ਸੋਚਦੇ ਹੁੰਦੇ ਆ ਕਿ ਆਪਣੇ ਵੱਲੋਂ ਹੀ ਕਰ ਦਿੰਦੇ, ਪਰ ਹਦਾਇਤਾਂ ਬਹੁਤ ਨੇ। ਕਿਸੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਕੋਈ ਨਸ਼ਾ ਪੱਤਾ ਕਰਦਾ ਹੋਵੇ ਉਹਨੂੰ ਕੋਈ ਵੀ ਸੇਵਾ ਨਹੀਂ ਮਿਲਦੀ, ਕਿਉਂਕਿ ਜਿਹਦਾ ਪਤੀ ਜਾਂ ਕਿਸੇ ਦਾ ਬੱਚਾ ਸ਼ਰਾਬ ਪੀਂਦਾ ਵਾ
ਉਹ ਸ਼ਾਮਾਂ ਨੂੰ 100-200 ਦੀ ਸ਼ਰਾਬ ਪੀਂਦਾ, ਕੀ ਰਾਸ਼ਨ ਨਹੀਂ ਲਿਆ ਸਕਦਾ? ਇਸ ਕਰਕੇ ਅਸੀਂ ਉਹਨਾਂ ਹੀ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹਾਂ ਜੋ ਨਸ਼ਾ ਮੁਕਤ ਨੇ। ਸੋ ਮੈਂ ਬੇਨਤੀ ਕਰਾਂਗਾ, ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਨਸ਼ਾ ਪ੍ਰਵਿਰਤੀ ਨਹੀਂ ਹੋਣੀ ਚਾਹੀਦੀ। ਉਹੀ ਪਰਿਵਾਰ ਸਾਡੇ ਕੋਲੋਂ ਰਾਸ਼ਨ ਲੈ ਰਹੇ ਨੇ, ਜਿਹੜੇ ਬਹੁਤ ਹੀ ਸੁਚੱਜੇ ਢੰਗ ਨਾਲ, ਜਿਨ੍ਹਾਂ ਦੇ ਕਰੀਬ ਸਾਡੇ ਕੋਲ 90% ਇਹ ਮੇਰੀਆਂ ਬੀਬੀਆਂ ਭੈਣਾਂ ਉਹ ਬੈਠੀਆਂ ਨੇ ਜਿਹੜੀਆਂ ਵਿਧਵਾ ਨੇ। ਮੈਨੂੰ ਪਤਾ ਹੈ ਕਿ ਇਹਨਾਂ ਦੇ ਛੋਟੇ ਬੱਚੇ ਇੱਕ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੀਆਂ, ਬੱਚੇ ਰੁਲਦੇ ਵੇਖਦੇ ਆ ਆਪਾਂ, ਤੇ ਜਦੋਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਵੇਖਿਆ ਤੇ ਵਾਕਿਆ ਹੀ ਉਹਨਾਂ ਦੇ ਬੱਚੇ ਘਰ ਦੇ ਵਿੱਚ ਹੋਣ ਕਰਕੇ ਫਿਰ ਉਹਨਾਂ ਨੂੰ ਆਪਾਂ, ਉਹ ਕਹਿੰਦੇ ਅਸੀਂ ਤੇ ਆਪਣੇ ਬੱਚਿਆਂ ਦੀਆਂ ਫੀਸਾਂ ਵੀ ਨਹੀਂ ਤਾਰ ਸਕਦੇ। ਫਿਰ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਵੀ ਦਿੱਤੀਆਂ ਗਈਆਂ। ਜਿੰਨਾ ਵੀ ਸਹਿਯੋਗ ਮਾਈ ਭਾਗੋ ਸੇਵਾ ਸੁਸਾਇਟੀ ਕਰ ਸਕਦੀ ਸੀ ਜਾਂ ਕਰ ਰਹੀ ਹੈ, ਕਰੇਗੀ ਵੀ, ਠੀਕ ਹੈ। ਪਰ ਤੁਸੀਂ ਆਪ ਸੁਚਾਰੂ ਹੋਣੇ ਚਾਹੀਦੇ ਹੋ। ਵਧੀਆ ਆਪਾਂ ਨੇ 10 ਘਰ ਇਹੋ ਜਿਹੇ ਬਣਵਾ ਕੇ ਦਿੱਤੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ, ਜਿਹੜੇ ਅੱਜ ਬੜੇ ਸ਼ਾਂਤ ਤਰੀਕੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ। ਤੇ ਘੱਟੋ ਘੱਟ ਵੀ ਉਹ ਅਸੀਂ 6-7 ਲੱਖ ਰੁਪਈਆ ਇੱਕ ਪਰਿਵਾਰ ਦੇ ਵਿੱਚ ਲਾਇਆ। ਕੁਝ ਪਰਿਵਾਰ ਬਿਨਾਂ ਸ਼ੱਕ ਇੱਥੇ ਪਹੁੰਚੇ ਵੀ ਹੋਣਗੇ। ਤੇ ਮੈਂ ਬੇਨਤੀ ਕਰਾਂਗਾ ਕਿ ਕੋਈ ਵੀ ਪਰਿਵਾਰ ਨਸ਼ੇ ਤੋਂ ਮੁਕਤ ਰਵੇ, ਨਸ਼ਾ ਨਾ ਕਰਦਾ ਹੋਵੇ। ਸਾਡੇ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਆ ਉਹ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰੇਗੀ। ਬਾਕੀ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਸਰਦਾਰ ਸੰਸਾਰ ਸਿੰਘ ਜੀ ਯੂਕੇ ਤੋਂ ਇੱਥੇ ਪਹੁੰਚੇ ਹੋਏ ਨੇ। ਮਹਾਰਾਜ ਸਾਹਿਬ ਕਿਰਪਾ ਕਰਨ। ਇਹ ਉੱਥੇ ਆਪਣੇ 10 ਦੀ ਕਿਰਤ ਕਰਦੇ ਨੇ, ਦਸਵੰਧ ਕੱਢਦੇ ਨੇ, ਤੇ ਇੱਥੇ ਸਾਡੇ ਇਹ ਭੈਣ ਭਰਾ ਜਿਹੜੇ ਆ ਲੋੜਵੰਦ ਨੇ, ਇਹਨਾਂ ਨੂੰ ਉਹ ਸੇਵਾਵਾਂ ਨਿਭਾ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਬੇਟੀ ਰੁਪਿੰਦਰ ਕੌਰ, ਉਹ ਵੀ ਉੱਥੇ ਜੋ ਟਰਸਟ ਦੇ ਚੇਅਰਪਰਸਨਲ ਨੇ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਨਾਲ ਉੱਥੇ ਉਹਨਾਂ ਭੈਣਾਂ ਦਾ ਟਰਸਟ ਬਣਿਆ ਹੋਇਆ ਵਾ। ਉਹਦੇ ਰਾਹੀਂ ਆਪਾਂ ਇੱਥੇ ਜਿਹੜੀਆਂ ਸੇਵਾਵਾਂ ਨਿਭਾ ਰਹੇ ਹਾਂ। ਸੋ ਬੇਨਤੀ ਕਰਾਂਗਾ ਕਿ ਇੰਨਾ ਕੁ ਹੀ ਜੋ ਬੋਲਿਆ ਹੈ ਸੋ ਇਹਦੇ ਤੇ ਅਮਲ ਕਰਿਓ ਤੇ ਆਪਣੇ ਪਰਿਵਾਰ ਦੇ ਵਿੱਚ ਸੁਖੀ ਵਸਿਓ। ਤੇ ਇਹ ਪਰਿਵਾਰ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਤਾਂ ਜੋ ਇਹਨਾਂ ਦਾ ਘਰ ਦਾ ਚੁੱਲ੍ਹਾ ਚੌਂਕਾ, ਰੋਟੀ ਪਾਣੀ ਦਾ ਸਿਲਸਿਲਾ ਚੱਲਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਨੇ ਬਹੁਤ ਵਧੀਆ ਤੁਹਾਨੂੰ ਕਿਹਾ ਆ ਕਿ ਨਸ਼ਾ ਨਾ ਕਿਸੇ ਵੀ ਪਰਿਵਾਰ ਦੇ ਵਿੱਚ ਹੋਵੇ। ਉਸ ਦੇ ਸੰਬੰਧ ਵਿੱਚ ਮੈਂ ਇੱਕ ਗੱਲ ਸਾਰਿਆਂ ਨੂੰ ਕਵਾਂਗੀ ਕਿ ਤੁਸੀਂ ਸਾਰੇ ਜਾਣੇ, ਤੁਹਾਡੇ ਤੇ ਵਾਹਿਗੁਰੂ ਦੀ ਬੜੀ ਕਿਰਪਾ ਆ ਕਿ ਅਸੀਂ ਕੌਣ ਆ ਤੁਹਾਨੂੰ ਲੱਭਣ ਵਾਲੇ। ਵਾਹਿਗੁਰੂ ਨੇ ਤੁਹਾਡੇ ਤੇ ਆਪ ਮਿਹਰ ਕੀਤੀ ਆ ਕਿ ਤੁਹਾਡਾ ਕੋਈ ਸਹਾਰਾ ਬਣਾਇਆ। ਬਿਲਕੁਲ ਠੀਕ ਹੈ ਨਾ। ਤੇ ਸਵੇਰੇ ਸੁੱਤੇ ਉੱਠਦਿਆਂ ਸਾਰ ਜਦੋਂ ਉੱਠਦੇ ਹੋ ਨਾ, ਉੱਠਦੇ ਪਹਿਲਾ ਲਫ਼ਜ਼ ਆਪਣੇ ਮੂੰਹੋਂ ਕਿਹਾ ਕਰੋ, ਵਾਹਿਗੁਰੂ ਤੇਰਾ ਸ਼ੁਕਰ ਆ। ਵਾਹਿਗੁਰੂ ਦਾ ਹੀ ਸ਼ੁਕਰ ਹੈ ਨਾ ਆਪਾਂ ਇੱਥੇ ਬੈਠੇ ਆ, ਹੈ ਨਾ। ਤੇ ਜ਼ਰੂਰ ਸਵੇਰੇ ਸੁੱਤਿਆਂ ਉੱਠਦਿਆਂ, ਕਿ ਸਭ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਕਿ ਸਵੇਰੇ ਅੱਖ ਖੁੱਲਣੀ ਕਿ ਨਹੀਂ, ਕਿਸੇ ਦਾ ਵੀ ਨਹੀਂ ਪਤਾ, ਹੈ ਨਾ। ਜ਼ਰੂਰ ਕਿਹਾ ਕਰੋ ਵਾਹਿਗੁਰੂ ਤੇਰਾ ਸ਼ੁਕਰ ਆ। ਤੇ ਜੇ ਤੁਸੀਂ ਨਿਤਨੇਮ ਨਹੀਂ ਕਰ ਸਕਦੇ, ਰਹਿਰਾਸ ਸਾਹਿਬ ਜੀ ਨਹੀਂ ਕਰ ਸਕਦੇ, ਮੂਲ ਮੰਤਰ ਦਾ ਪਾਠ ਜਿਹੜਾ ਉਹ ਜ਼ਰੂਰ ਕਰਿਆ ਕਰੋ। ਤੁਰਦੇ ਫਿਰਦੇ, ਹੈ ਨਾ, ਬੜੇ ਕਰਮਾਂ ਵਾਲੇ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਆ, ਹੈ ਨਾ। ਤੇ ਸ਼ੁਕਰ ਕਰਿਆ ਕਰੋ ਪਰਮਾਤਮਾ ਦਾ ਵੀ ਅਸੀਂ ਇਸ ਸੰਸਥਾ ਨਾਲ ਜੁੜ ਗਏ ਆ। ਆਪਣੇ ਬੱਚਿਆਂ ਨੂੰ ਵੀ ਇਸ ਰਸਤੇ ਲਾਇਆ ਕਰੋ। ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ ਕਿ ਮੈਂ +2 ਕਰਕੇ ਮੇਰੇ ਘਰ ਦੇ ਹਾਲਾਤ ਇੱਦਾਂ ਦੇ ਸੀ ਕਿ ਮੇਰੇ ਘਰ ਦੇ ਤੇ ਮੈਨੂੰ ਸਕੂਲ ਵੀ ਨਹੀਂ ਸੀ ਭੇਜ ਸਕਦੇ। ਤੇ +2 ਤੋਂ ਬਾਅਦ ਮੈਂ ਬਿਲਕੁਲ ਫ੍ਰੀ ਸੀ। ਤੇ ਮੈਨੂੰ ਸੰਸਾਰ ਸਿੰਘ ਅੰਕਲ ਜੀ ਤੁਹਾਡੇ ਵਰਗੇ ਪਰਿਵਾਰਾਂ ਨੂੰ ਮਿਲਣ ਆਏ ਸੀ ਇੰਡੀਆ। ਰੁਪਿੰਦਰ ਭੈਣ ਜੀ ਨੇ ਭੇਜਿਆ ਸੀਗਾ ਤੇ ਮੇਰੇ ਬਾਰੇ ਦੱਸਿਆ, ਜਿਹੜੇ ਮੇਰੇ ਨਾਲ ਆਂਟੀ ਸੇਵਾ ਕਰਦੇ ਸੀ, ਕਿ ਇਹ ਬੱਚੀ ਪੜ੍ਹਨਾ ਚਾਹੁੰਦੀ ਹੈ ਪਰ ਇਹਦੇ ਘਰ ਦੇ ਹਾਲਾਤ ਇੱਦਾਂ ਦੇ ਨੇ ਕਿ ਇਹਨੂੰ ਸੇਵਾ ਕਰਨੀ ਪੈ ਰਹੀ ਹੈ, ਕਿ ਪੜ੍ਹ ਨਹੀਂ ਸਕਦੀ। ਤੇ ਇਹਨਾਂ ਦੇ ਸਦਕਾ ਨਾਲ ਮੈਂ MA ਸੋਸ਼ੀਓਲੋਜੀ ਕਰ ਗਈ ਤੇ ਮੇਰੇ ਆਨੰਦ ਕਾਰਜ 'ਚ ਇਹਨਾਂ ਨੇ ਪੂਰੀ ਸਪੋਰਟ ਕੀਤੀ। ਤੇ ਅੱਜ ਵੇਖੋ ਵੀ ਮੈਂ, ਹੈ ਨਾ, ਕਿੱਥੇ ਆ। ਸਿਰਫ ਵਾਹਿਗੁਰੂ ਦੀ ਸਦਕਾ। ਮਾਂ ਪਿਓ ਤੇ ਉਹ ਫਾਰਮੈਲਿਟੀ ਹੈ, ਸਾਡੀ ਮੋਹ ਦੇ ਰਿਸ਼ਤੇ ਨੇ, ਅਸਲੀ ਮਾਂ ਪਿਓ ਸਾਡਾ ਵਾਹਿਗੁਰੂ ਆ। ਤੇ ਸੋ ਪਲੀਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਤੇਰਾ ਸ਼ੁਕਰ ਆ ਮੂਲ ਮੰਤਰ ਕਰਦੇ ਰਿਹਾ ਕਰੋ। ਮੂਲ ਮੰਤਰ ਤੁਹਾਡੀ ਜ਼ਿੰਦਗੀ ਬਦਲ ਸਕਦਾ। ਹੁਣ ਮੇਰੀ ਰਿਕੁਐਸਟ ਹੈ ਕਿ ਸੰਤੋਖ ਸਿੰਘ ਅੰਕਲ ਜੀ ਨੂੰ ਪਲੀਜ਼ ਆਉਣ ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੇ ਦੱਸਣ ਵਾਲੀ ਤਾਂ ਕੋਈ ਗੱਲ ਰਹਿ ਨਹੀਂ ਗਈ। ਸੋਹਲ ਸਾਹਿਬ ਹੁਣਾਂ ਨੇ ਤੇ ਇਹਨੇ ਬੇਟੀ ਰਜਵਿੰਦਰ ਨੇ ਸਭ ਕੁਝ ਦੱਸ ਹੀ ਦਿੱਤਾ ਤੁਹਾਨੂੰ। ਪਰ ਫਿਰ ਵੀ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਜੋ ਵੀ
ਲੋੜਵੰਦਾਂ ਲਈ ਕੀਤਾ ਜਾ ਰਿਹਾ, ਕਾਰਜ ਕੀਤਾ ਜਾ ਰਿਹਾ, ਉਹ ਤੁਸੀਂ ਭਲੀ ਭਾਂਤ ਜਾਣੂ। ਤੁਹਾਡੇ 'ਚ ਕਈ ਤਾਂ ਉਹ ਨੇ ਜਿਹੜੇ ਗਰੀਬ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਘਰ ਖਾਣ ਵਾਸਤੇ ਜਾਂ ਕੋਈ ਸੌਦਾ ਲਿਆਉਣ ਵਾਸਤੇ ਕੋਈ ਵੀ ਸਾਧਨ ਨਹੀਂ ਸੀ। ਇਹਨਾਂ ਨੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਤੁਹਾਡੀ ਬਾਂਹ ਫੜੀ ਗਈ, ਸੋ ਪਛਾਣ ਕੀਤੀ ਗਈ। ਉਹ ਪਛਾਣ ਕਰਕੇ ਉਸ ਮੈਂਬਰ ਜਿਹੜੇ ਆ ਉਹਨਾਂ ਨੇ ਘਰ ਘਰ ਜਾ ਕੇ ਵੇਖਿਆ ਵੀ ਵਾਕਿਆ ਇਹ ਬੰਦੇ ਲੋੜਵੰਦ ਨੇ। ਤੁਸੀਂ ਕੋਸ਼ਿਸ਼ ਕਰੋ, ਜੇਕਰ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਨਸ਼ੇ ਪ੍ਰਤੀ ਹੈ ਵੀ ਆ, ਖਾਂਦਾ ਜਾਂ ਪੀਂਦਾ ਆ, ਉਹਨੂੰ ਵੀ ਕੋਸ਼ਿਸ਼ ਕਰੋ ਵੀ ਉਹ ਬੰਦੇ ਨੂੰ ਤੁਸੀਂ ਇਹਨੂੰ ਕਿਵੇਂ ਨਾ ਕਿਵੇਂ ਮਤਲਬ ਹਟਾਇਆ ਜਾ ਸਕਦਾ, ਜਾਂ ਸਾਨੂੰ ਦੱਸੋ, ਅਸੀਂ ਇਸ ਤਰੀਕੇ ਨਾਲ ਵੀ ਉਹਨਾਂ ਦਾ ਕੋਈ ਨਸ਼ਾ ਜੇ ਕੋਈ ਬੰਦਾ ਛੱਡਣ ਵਾਲਾ, ਅਸੀਂ ਉਹਦਾ ਵੀ ਕੋਈ ਹੱਲ ਕਰ ਸਕਦੇ ਹਾਂ। ਬਾਕੀ ਯੂਕੇ ਦੀ ਜਿੰਨੀ ਸੰਗਤ ਆ, ਉਹਨਾਂ ਦੇ ਸਹਿਯੋਗ ਨਾਲ ਇਹ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਆ, ਇਹ ਗਰੀਬ ਪਰਿਵਾਰਾਂ ਤੱਕ ਲੋੜਵੰਦ ਚੀਜ਼ਾਂ ਜਿਵੇਂ ਕਿ ਰਾਸ਼ਨ ਹੋ ਗਿਆ ਤੁਹਾਨੂੰ ਦੇ ਰਹੇ ਨੇ, ਘਰ ਘਰ ਪਹੁੰਚਾ ਰਹੇ ਨੇ, ਜਾਂ ਅੱਜ ਤੁਹਾਨੂੰ ਇੱਥੇ ਸੱਦ ਕੇ ਵੰਡ ਰਹੇ ਨੇ। ਇਸ ਤੋਂ ਇਲਾਵਾ ਵੀਲ ਚੇਅਰਾਂ ਨੇ ਉਹ ਵੰਡੀਆਂ ਸੀ, ਸਿਲਾਈ ਮਸ਼ੀਨ ਸੈਂਟਰ ਜਿਹੜੇ ਉਹ ਖੋਲ੍ਹੇ ਨੇ। ਹੋਰ ਵੀ ਮਤਲਬ ਬੱਚਿਆਂ ਦੇ ਜਿਹੜੇ ਲੋੜਵੰਦ ਬੱਚੇ ਨੇ, ਜਿਨ੍ਹਾਂ ਦੇ ਵਿਚਾਰਿਆਂ ਦੇ ਕੋਈ ਬੱਚੇ ਪੜ੍ਹਾਈ ਕਰਦੇ ਆ, ਉਹਨਾਂ ਫੀਸਾਂ ਭਰਨ ਵਾਲਾ ਕੋਈ ਘਰ ਵਿੱਚ ਨਹੀਂ ਆ, ਕੋਈ ਪੈਸਾ ਕਮਾਉਣ ਵਾਲਾ ਨਹੀਂ ਆ, ਉਹਨਾਂ ਬੱਚਿਆਂ ਦੀਆਂ ਫੀਸਾਂ ਤੱਕ, ਇੱਥੋਂ ਤੱਕ ਕੋਈ ਵੀ ਬੱਚੇ ਜਿਹੜੀ ਸ਼ਾਦੀ ਆ ਉਹਨਾਂ ਦੀਆਂ ਸ਼ਾਦੀਆਂ ਵੀ ਕੀਤੀਆਂ ਜਾ ਰਹੀਆਂ ਨੇ ਬੱਚਿਆਂ ਦੀਆਂ, ਲੋੜਵੰਦ ਬੱਚਿਆਂ ਦੀ। ਅਤੇ ਇਹ ਜਿਹੜੇ ਕੋਈ ਕਰਮ ਬੱਚੇ ਦੇ ਹੁੰਦੇ ਆ, ਜਿਹੜਾ ਬੱਚਾ ਕੋਈ ਗਰੀਬ ਘਰ ਜਾਂਦਾ, ਉਹ ਬੱਚਾ ਜਿਹੜਾ ਇਹ ਨਹੀਂ ਕਹਿੰਦਾ, ਕੋਈ ਬੱਚਾ ਨਹੀਂ ਸੋਚਦਾ ਵੀ ਮੈਂ ਗਰੀਬ ਘਰ ਦੇ ਵਿੱਚ ਜਨਮ ਲਵਾਂ। ਜਦੋਂ ਉਹ ਵੱਡਾ ਹੁੰਦਾ ਉਹਨੂੰ ਪਤਾ ਲੱਗਦਾ ਮੇਰਾ ਮਾਂ ਜਦੋਂ ਜੰਮਦਾ ਉਦੋਂ ਤਾਂ ਪਰਮਾਤਮਾ ਨੇ ਜਨਮ ਦੇ ਦਿੱਤਾ, ਚਾਹੇ ਉਹ ਗਰੀਬ ਘਰ ਦੇ ਦਿੱਤਾ, ਇੱਕ ਇਨਸਾਨ ਦੇ ਤੌਰ 'ਤੇ ਜਨਮ ਲੈਂਦਾ। ਪਰ ਜਦੋਂ ਉਹ ਵੱਡਾ ਹੁੰਦਾ ਉਹਨੂੰ ਅਮੀਰੀ ਗਰੀਬੀ ਦਾ ਫਿਰ ਉਹ ਬੱਚੇ ਨੂੰ ਹੌਲੀ ਪਤਾ ਲੱਗ ਜਾਂਦਾ। ਇਹ ਇੱਕ ਸੇਵਾ ਸੁਸਾਇਟੀ ਜਿਹੜੀ ਆ, ਇਹੋ ਹੀ ਇਹਦਾ ਮਿਸ਼ਨ ਆ ਵੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਥੋੜ੍ਹਾ ਬਹੁਤਾ ਉਹਨਾਂ ਦੀ ਹੈਲਪ ਕਰਕੇ, ਜਿੰਨੀ ਵੀ ਹੋ ਸਕਦੇ ਵੱਧ ਤੋਂ ਵੱਧ ਕਰਕੇ, ਉਹਨਾਂ ਨੂੰ ਮਤਲਬ ਸਮਾਜ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਕੀਤੀ ਜਾਵੇ। ਉਹਨਾਂ ਦੇ ਜੇ ਕੋਈ ਬੱਚੇ ਵਿਆਹ ਵਾਲੀ ਆ ਉਹਦੀ ਮਦਦ ਕੀਤੀ ਜਾਵੇ। ਔਰ ਯੂਕੇ ਦੀ ਸੰਗਤ ਦੇ ਨਾਲ, ਇਸ ਸਹਿਯੋਗ ਦੇ ਨਾਲ ਸਾਰਾ ਚੱਲ ਰਿਹਾ। ਇੱਥੋਂ ਤੱਕ ਸਾਡੀ ਸਟੇਜ 'ਤੇ ਬੈਠੇ ਮੁੱਖ ਮਹਿਮਾਨ ਜਿਹੜੇ ਸੰਸਾਰ ਸਿੰਘ ਜੀ ਯੂਕੇ ਵਾਲੇ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਇਹਨਾਂ ਨੂੰ ਇਹ ਬੇਨਤੀ ਵੀ ਕਰਦੇ ਹਾਂ ਵੀ ਤੁਸੀਂ ਉੱਥੇ, ਸਾਨੂੰ ਇਹ ਬਹੁਤ ਮਾਣ ਆ ਪੰਜਾਬੀਆਂ ਨੂੰ ਵੀ ਜਿੰਨੇ ਵੀ NRI ਹੈਗੇ ਨੇ ਸਾਡੇ ਬਾਹਰ ਦੇ, ਉਹ ਸਾਡੀ ਬਾਂਹ ਫੜਦੇ ਨੇ ਔਖੇ ਸੌਖੇ ਵੇਲੇ, ਜਦੋਂ ਵੀ ਕਿਤੇ ਲੋੜ ਪੈਂਦੀ ਆ, ਇਹ ਸਾਡੀ ਬਾਂਹ ਨੇ। ਇਹਨਾਂ ਦੇ ਸਹਿਯੋਗ ਨਾਲ ਹੀ ਸਾਡਾ ਸਾਰਾ ਜਿਹਾ ਕੰਮ ਚੱਲ ਰਿਹਾ। ਬਾਕੀ ਬੜੀਆਂ ਸ਼ਖਸੀਅਤਾਂ ਬੈਠੀਆਂ ਨੇ, ਆਪਣੇ ਡਾਕਟਰ ਸਾਹਿਬ ਬੈਠੇ ਨੇ, ਬਹੁਤ ਵਧੀਆ ਡਾਕਟਰ ਨੇ, ਸਮਾਜ ਸੇਵੀ ਨੇ, ਤੁਹਾਡੇ MC ਸਾਹਿਬ ਬੈਠੇ ਨੇ। ਆਪਣੇ ਇਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਉਂਦੇ ਆ। ਇਹ ਵੀ ਤੁਹਾਡੇ ਇੱਥੇ ਐਸੇ ਹਲਕੇ ਤੋਂ ਨੇ, ਐਸੇ ਹੀ ਮਹੱਲੇ ਤੋਂ ਜਿੱਥੇ ਆਪਾਂ ਬੈਠੇ ਹਾਂ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਵੀ ਇਹਨਾਂ ਨੇ ਸਮਾਜ ਸੇਵੀ ਦੀਆਂ ਜੋ ਵੀ ਇਹਨਾਂ ਦੀਆਂ ਗੱਲਾਂ ਮਤਲਬ ਇਹਨਾਂ ਨੇ ਕੰਮ ਕੀਤੇ ਨੇ, ਸ਼ਲਾਘਾ ਜੋ ਕੰਮ ਨੇ, ਇਹਨਾਂ ਦਾ ਵੀ ਸਾਡੇ ਨਾਲ ਬਹੁਤ ਸਹਿਯੋਗ ਹੈ। ਅਤੇ ਕੋਈ ਵੀ ਕੰਮ ਜਿਹੜਾ ਵਾ ਉਹ ਮਤਲਬ ਇਕੱਲਾ ਬੰਦਾ ਕੋਈ ਨਹੀਂ ਕਰ ਸਕਦਾ, ਸੰਗਤ ਦੇ ਸਹਿਯੋਗ ਨਾਲ ਹੀ ਹੁੰਦਾ। ਇਹ ਜੋ ਕੰਮ ਹੋ ਰਿਹਾ, ਇਹ ਤਾਂ ਕੋਈ ਮੈਂ ਇਕੱਲਾ ਜਾਂ ਕੋਈ ਵੀ ਸੰਗਤ ਦਾ ਮੈਂਬਰ ਇਕੱਲਾ ਨਹੀਂ ਕਰ ਸਕਦਾ, ਇਹ ਸੰਗਤ ਦੇ ਸਹਿਯੋਗ ਨਾਲ ਔਰ ਟੀਮ ਨਾਲ ਹੁੰਦਾ ਹੈ। ਇਸ ਕਰਕੇ ਸਾਡੀ ਵਾਰ-ਵਾਰ ਪਹਿਲਾਂ ਤਾਂ ਯੂਕੇ ਦੀ ਸੰਗਤ ਦਾ ਵਾਰ-ਵਾਰ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਸੇਵਾ ਸੁਸਾਇਟੀ ਨੂੰ ਚਲਾਉਣ ਵਿੱਚ ਬਹੁਤ ਜ਼ਿਆਦਾ, ਮਾਈ ਭਾਗੋ ਸੇਵਾ ਸੁਸਾਇਟੀ ਦੀ ਮਤਲਬ ਸੰਸਥਾ ਨੂੰ ਆਪਣੇ ਤਨ ਮਨ ਧਨ ਦੇ ਨਾਲ ਮਦਦ ਕੀਤੀ ਆ। ਬਾਕੀ ਇੱਥੇ ਦੇ ਲੋਕਲ ਮੈਂਬਰ ਆ ਜਿਹੜੇ ਸਾਰੇ ਜਿੰਨੇ ਵੀ ਆ, ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਵੀ ਉਹ ਆਪਣੀ ਲਗਨ ਨਾਲ, ਮਿਹਨਤ ਨਾਲ ਸਾਰਾ ਕੰਮ ਕਰ ਰਹੇ ਨੇ। ਅਤੇ ਮੈਂ ਵਾਰ-ਵਾਰ ਅਤੇ ਕੀ ਦੱਸਣਾ, ਸਾਰੇ ਵਾਰ-ਵਾਰ ਮੈਂਬਰ ਇਹੋ ਹੀ ਗੱਲ ਦੱਸਣਗੇ। ਅਤੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਮਲਜੀਤ ਸਿੰਘ ਜੀ ਨੇ ਰਿਕੁਐਸਟ ਹੈ ਕਿ ਸੰਗਤਾਂ ਨਾਲ ਕੁਝ ਆਪਣੇ ਵਿਚਾਰ ਪੇਸ਼ ਕਰਨ। ਸਟੇਜ 'ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਾਥੀ, ਇੰਗਲੈਂਡ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਸੰਸਾਰ ਸਿੰਘ ਜੀ, ਔਰ ਮਾਈ ਭਾਗੋ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ, ਔਰ ਤੁਸੀਂ ਸਾਰੀ ਸੰਗਤ ਜੀ, ਤੁਸੀਂ ਸਾਡੇ ਸ਼ਹਿਰ ਧਾਰੀਵਾਲ ਵਿੱਚ ਆਏ ਹੋ, ਮੈਂ ਤੁਹਾਡਾ ਇੱਥੇ ਸਵਾਗਤ ਕਰਦਾ ਹਾਂ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਉਪਰਾਲਾ ਮਾਈ ਭਾਗੋ ਸੇਵਾ ਸੁਸਾਇਟੀ ਦਾ ਕਿ ਜਿਹੜੇ ਗਰੀਬ ਪਰਿਵਾਰਾਂ ਨੂੰ ਉਹਨਾਂ ਦੀ ਮਦਦ ਕਰਦੇ ਨੇ। ਉਹ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਹੈਗੀ, ਚਾਹੇ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ, ਚਾਹੇ ਉਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ, ਚਾਹੇ ਇਲਾਜ ਦੀ ਜ਼ਰੂਰਤ ਹੈ, ਜਾਂ ਬੱਚਿਆਂ ਦੀ ਪੜ੍ਹਾਈ ਦੀ ਜ਼ਰੂਰਤ ਹੈ। ਬਹੁਤ ਵੱਡਾ ਉਪਰਾਲਾ।
ਬਹੁਤ ਘੱਟ ਸੋਚ ਵਾਲੇ, ਬਹੁਤ ਘੱਟ ਲੋਕ ਨੇ ਇਸ ਤਰ੍ਹਾਂ ਦੀ ਸੋਚ ਵਾਲੇ ਕਿ ਜਿਹੜੇ ਗਰੀਬਾਂ ਬਾਰੇ ਵੀ ਸੋਚਦੇ ਨੇ। ਨਹੀਂ ਤਾਂ ਅੱਜ ਕੱਲ੍ਹ ਦਾ ਜ਼ਮਾਨਾ ਕਿ ਉਹ ਸਿਰਫ ਸਾਰੇ ਆਪਣਾ ਢਿੱਡ ਹੀ ਭਰਨ ਵਾਸਤੇ ਲੱਗੇ ਨੇ, ਆਪਣੇ ਬਾਰੇ ਹੀ ਸੋਚਦੇ ਨੇ। ਸੋ ਇਹ ਜਿਹੜੇ ਗਰੀਬ ਲੋਕ ਨੇ ਇਹ ਵੀ ਸਾਡੇ ਭਾਰਤ ਦੇ ਵਾਸੀ ਨੇ, ਇਹ ਵੀ ਸਾਡੇ ਪੰਜਾਬ ਦੇ ਵਾਸੀ ਨੇ। ਅਤੇ ਜੇ ਅਸੀਂ ਥੋੜ੍ਹਾ ਥੋੜ੍ਹਾ ਦਸਵੰਧ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਕਿ ਜਿਹੜਾ ਵੀ ਅਸੀਂ ਕਮਾਉਂਦੇ ਹਾਂ, ਅਗਰ ਅਸੀਂ ਦਸਵੰਧ ਕੱਢ ਕੇ ਉਹਨਾਂ ਨੂੰ ਜ਼ਰੂਰਤਮੰਦ ਲੋਕਾਂ ਦੇ ਵਿੱਚ ਵੰਡਦੇ ਹਾਂ ਅਤੇ ਉਹ ਜਿਹੜਾ ਸਾਡਾ ਕੰਮ ਹੈਗਾ ਉਹ ਅੱਗੇ ਦੁੱਗਣੀ ਚੁਗਣੀ ਰਫ਼ਤਾਰ ਨਾਲ ਤਰੱਕੀ ਕਰਦਾ ਹੈਗਾ। ਇਹ ਐਗਜ਼ਾਮਪਲ ਹੈ ਕਿ ਜਿਹੜੇ ਸਾਡੇ ਵਿਦੇਸ਼ੀ ਭਰਾ, ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਸਾਡੇ ਭਰਾ, ਉਹ ਉੱਥੇ ਜਾਂਦੇ ਆ, ਉਹ ਗੁਰੂ ਸਾਹਿਬ ਦਾ ਆਸਰਾ ਲੈ ਕੇ ਉੱਥੇ ਮਿਹਨਤ ਕਰਦੇ ਆ। ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਮੈਂ ਇੱਕ ਵੀ ਬੇਨਤੀ ਕਰਾਂਗਾ ਵੀ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਉਹ ਸਾਰੇ ਉੱਥੇ ਮਿਹਨਤ ਕਰਦੇ ਨੇ, ਫਿਰ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ, ਉੱਥੇ ਗੁਰਦੁਆਰਾ ਸਾਹਿਬ ਵੀ ਬਣਾ ਲੈਂਦੇ ਨੇ, ਔਰ ਫਿਰ ਉਹ ਦਸਵੰਧ ਕੱਢਦੇ ਨੇ। ਔਰ ਉਹਨਾਂ ਨੂੰ ਸਾਡੇ ਪੰਜਾਬ ਦੀ ਧਰਤੀ ਨਾਲ ਇੰਨਾ ਪਿਆਰ ਹੈ ਕਿ ਉੱਥੇ ਵਿਦੇਸ਼ਾਂ 'ਚ 7 ਸਮੁੰਦਰੋਂ ਪਾਰ ਬੈਠ ਕੇ ਵੀ ਉਹ ਪੰਜਾਬ ਬਾਰੇ ਸੋਚਦੇ ਨੇ, ਪੰਜਾਬ ਦੇ ਲੋਕਾਂ ਬਾਰੇ ਸੋਚਦੇ ਨੇ। ਅਤੇ ਇਹ ਵੱਡੀ ਐਗਜ਼ਾਮਪਲ ਹੈ ਕਿ ਅੱਜ ਭਾਜੀ ਸੰਸਾਰ ਸਿੰਘ ਜੀ ਇੰਗਲੈਂਡ ਤੋਂ ਚੱਲ ਕੇ ਇੱਥੇ ਤੁਹਾਡੇ ਦਰਸ਼ਨ ਕਰਨ, ਤੁਹਾਨੂੰ ਇਹ ਸਾਰਾ ਤੁਹਾਡੀ ਮਾਲੀ ਸਹਾਇਤਾ ਕਰਨ ਵਾਸਤੇ ਪਹੁੰਚੇ ਨੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਭਾਜੀ ਤਲਵਿੰਦਰ ਸਿੰਘ ਜੀ ਸੋਲ, ਇੰਸਪੈਕਟਰ ਸੰਤੋਖ ਸਿੰਘ ਜੀ ਔਰ ਦੂਸਰੇ ਜਿਹੜੇ ਇਹਨਾਂ ਦੇ ਸਾਰੀ ਸੰਸਥਾ ਦੇ ਮੈਂਬਰ ਨੇ, ਭੈਣ ਜੀ ਜਿਸ ਤਰ੍ਹਾਂ ਇਹਨੇ ਆਪ ਦੱਸਿਆ ਕਿ ਮੈਂ ਗਰੀਬ ਘਰ 'ਚ ਸੀਗੀ, ਮੈਂ ਪੜ੍ਹਾਈ ਵੀ ਨਹੀਂ ਕਰ ਸਕਦੀ ਸੀਗੀ, ਔਰ ਸੰਸਥਾ ਨੇ ਪੜ੍ਹਾਈ ਕੀਤੀ ਔਰ ਅੱਜ ਐਡੀ ਵੱਡੀ ਡਿਗਰੀ ਲੈ ਕੇ ਤੁਹਾਡੇ ਸਾਹਮਣੇ ਖੜੇ ਨੇ, ਇੱਥੋਂ ਤੱਕ ਪਹੁੰਚ ਗਏ ਨੇ। ਸੋ ਮੇਰਾ ਤਾਂ ਇਹ ਕਹਿਣਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈਗੀ ਉਹ ਹੈਗੀ ਆਪਣੇ ਬੱਚਿਆਂ ਦੀ ਪੜ੍ਹਾਈ। ਅਸੀਂ ਪੜ੍ਹਾਈ ਲਈ ਤੁਹਾਡੇ ਬੱਚਿਆਂ ਦੀ ਮਦਦ ਕਰਾਂਗੇ। ਸਰਕਾਰਾਂ ਦੀ ਤਰਫੋਂ ਪੜ੍ਹਾਈ ਲਈ ਮਦਦ ਹੁੰਦੀ ਹੈਗੀ, ਪਰ ਪਿਛਲੀਆਂ 25-30 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਸਾਡੀ ਸਰਕਾਰੀ ਪੜ੍ਹਾਈ ਜਿਹੜੀ ਹੈ ਉਹ ਖਤਮ ਹੀ ਕਰਤੀ ਹੈ। ਪਹਿਲਾਂ ਤੁਸੀਂ ਦੇਖੋ ਕਿ ਪਿੰਡਾਂ ਦੇ ਲੋਕ ਜਾਂ ਗਰੀਬ ਘਰਾਂ ਦੇ ਲੋਕ, ਕੋਈ ਵੀ ਪਿੰਡਾਂ 'ਚ ਰਹਿੰਦਾ ਸੀ, ਸ਼ਹਿਰਾਂ 'ਚ ਰਹਿੰਦਾ ਸੀ, ਪ੍ਰਾਈਵੇਟ ਸਕੂਲ ਨਹੀਂ ਹੁੰਦੇ ਸੀ, ਸਾਰੇ ਸਰਕਾਰੀ ਸਕੂਲ ਹੁੰਦੇ ਸੀ। ਅਤੇ ਸਰਕਾਰੀ ਸਕੂਲ ਆਪਣੇ ਪਿੰਡ ਦੇ ਵਿੱਚ ਹੀ ਹੁੰਦਾ ਸੀ। ਨਾ ਸਾਡੀ ਕੋਈ ਇੱਥੇ ਫੀਸ ਲੱਗਦੀ ਸੀਗੀ, ਨਾ ਸਾਡਾ ਕੋਈ ਬੱਸਾਂ ਦਾ ਕਿਰਾਇਆ ਲੱਗਦਾ ਸੀਗਾ, ਔਰ ਜਿਹੜੇ ਸਾਡੇ ਟੀਚਰ ਸੀਗੇ ਉਹ ਬਹੁਤ ਮਿਹਨਤੀ ਹੁੰਦੇ ਸੀਗੇ, ਔਰ ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਡਾਂਟਦੇ ਸੀਗੇ। ਅਤੇ ਜਿਹੜੇ ਬੱਚੇ ਪੜ੍ਹ ਗਏ ਉਹ ਦੂਰ ਤੱਕ ਚਲੇ ਗਏ, ਜਿਹੜਿਆਂ ਨੂੰ ਪੜ੍ਹ ਕੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ ਉਹ ਅੱਗੇ ਬੰਦੇ ਨਿਕਲ ਗਏ। ਸੋ ਪੜ੍ਹਾਈ ਜਿਹੜੀ ਹੈਗੀ ਬਹੁਤ ਜ਼ਰੂਰੀ ਹੈਗੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਉਸ ਭਾਰਤ ਦੇ ਵਿੱਚ ਰਹਿ ਰਹੇ ਹਾਂ ਜਿਸ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਬਹੁਤ ਚੰਗਾ ਹੈਗਾ, ਬਹੁਤ ਅੱਛਾ ਸੰਵਿਧਾਨ ਲਿਖਿਆ ਗਿਆ, ਸਾਨੂੰ ਬਰਾਬਰ ਦੇ ਮੌਕੇ ਦਿੰਦਾ, ਪੜ੍ਹਨ ਦਾ ਮੌਕਾ ਦਿੰਦਾ, ਲਿਖਣ ਦਾ ਮੌਕਾ ਦਿੰਦਾ, ਬੋਲਣ ਦਾ ਮੌਕਾ ਦਿੰਦਾ। ਔਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ, ਡਾਕਟਰ ਭੀਮ ਰਾਓ ਅੰਬੇਡਕਰ, ਉਹਨਾਂ ਦੀ ਇਹ ਸੋਚ ਸੀਗੀ ਕਿ ਮੇਰੇ ਭਾਰਤ ਦਾ ਹਰ ਬੱਚਾ ਯੂਨੀਵਰਸਿਟੀ ਤੱਕ ਪੜ੍ਹਿਆ ਹੋਣਾ ਚਾਹੀਦਾ ਹੈਗਾ। ਔਰ ਉਹਨਾਂ ਦੀ ਇਹ ਸੋਚ ਸੀ ਕਿ ਜੇ ਕੋਈ ਪਰਿਵਾਰ 5000 ਰੁਪਈਆ ਮਹੀਨੇ ਦਾ ਕਮਾਉਂਦਾ ਅਤੇ 2500 ਰੁਪਈਆ ਆਪਣੇ ਪਾਲਣ ਪੋਸ਼ਣ 'ਤੇ ਰੱਖੇ ਔਰ 2500 ਰੁਪਈਆ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੇ। ਬੱਚਿਆਂ ਨੂੰ ਵੀ ਪੜ੍ਹਾਏ ਵਧੀਆ ਸਕੂਲਾਂ ਦੇ ਵਿੱਚ, ਔਰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇੰਗਲਿਸ਼ ਮੀਡੀਅਮ 'ਚ ਪੜ੍ਹਾਇਆ ਜਾਏ ਤਾਂ ਜੋ ਵਿਦੇਸ਼ਾਂ ਵਿੱਚ ਵੀ ਜਾ ਕੇ ਨੌਕਰੀਆਂ ਕਰ ਸਕਣ। ਸੋ ਮੈਂ ਇਹ ਤੁਹਾਨੂੰ ਪ੍ਰੋਮਿਸ ਕਰਦਾ ਕਿ ਸੰਸਥਾ ਵੀ ਤੁਹਾਡੀ ਬਹੁਤ ਮਦਦ ਕਰਦੀ ਹੈ। ਮੇਰੀ ਤਰਫੋਂ ਵੀ ਤੁਹਾਡੇ ਬੱਚਿਆਂ ਨੂੰ ਕੋਈ ਵੀ ਸਹਿਯੋਗ ਦੀ ਜ਼ਰੂਰਤ ਹੈ, ਕਿਉਂਕਿ ਭਾਰਤ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਬੱਚਿਆਂ ਨੂੰ ਪਤਾ ਨਹੀਂ ਜਾਂ ਸਾਨੂੰ ਨਹੀਂ ਪਤਾ ਹੁੰਦੀਆਂ। ਤੋ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਪੰਜਾਬ ਦੇ ਲੋਕ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਘੱਟ ਗਿਣਤੀਆਂ ਦੇ ਵਿੱਚ ਸਿੱਖ ਨੇ, ਮੁਸਲਿਮਸ ਨੇ, ਕ੍ਰਿਸਚਨਸ ਨੇ, ਉਹਨਾਂ ਨੂੰ ਕੇਂਦਰ ਦੀ ਸਰਕਾਰ ਵੱਲੋਂ ਵਜ਼ੀਫਾ ਮਿਲਦਾ ਹੈਗਾ। ਜਿਹੜਾ ਬੱਚਾ ਹਾਇਰ ਸਟੱਡੀ ਲਈ ਜਾਂਦਾ, ਚਾਹੇ ਉਹ ਸਟਾਫ ਨਰਸ ਬਣਨਾ ਚਾਹੁੰਦੀ ਹੈ ਕੁੜੀ, ਕੋਈ ਫਾਰਮਾਸਿਸਟ ਬਣਨਾ ਚਾਹੁੰਦੀ ਹੈ, ਕੋਈ ਡਾਕਟਰ ਬਣਨਾ ਚਾਹੁੰਦੀ ਹੈ, ਕੋਈ ਇੰਜੀਨੀਅਰ ਬਣਨਾ ਚਾਹੁੰਦੀ ਹੈ, ਉਹਨਾਂ ਨੂੰ ਸਰਕਾਰ ਵਜ਼ੀਫਾ ਦਿੰਦੀ ਹੈ ਔਰ ਉਹ ਵਜ਼ੀਫੇ ਦੇ ਨਾਲ ਉਹ ਬੱਚਾ ਬੜੇ ਆਰਾਮ ਨਾਲ ਪੜ੍ਹ ਜਾਂਦਾ। ਔਰ ਜਿਹੜੇ ਪਰਿਵਾਰ ਸ਼ਡਿਊਲ ਕਾਸਟ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧ ਰੱਖਦੇ, ਉਹਨਾਂ ਲਈ ਵੀ ਮਾਲੀ ਸਹਾਇਤਾ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਦਿੱਤੀ ਜਾਂਦੀ ਹੈ। ਸੋ ਤੁਹਾਡੇ ਬੱਚਾ ਕੋਈ ਡਾਕਟਰ ਬਣਨਾ ਚਾਹੇ, ਤੁਹਾਡਾ ਬੱਚਾ ਕੋਈ ਸਟਾਫ ਨਰਸ, ਕੋਈ ਰੇਡੀਓਗ੍ਰਾਫਰ, ਫਾਰਮਾਸਿਸਟ, ਕਿਉਂਕਿ ਮੈਂ ਡਾਕਟਰ ਹਾਂ, ਮੇਰਾ ਆਪਣਾ ਹੌਸਪੀਟਲ ਇੱਥੇ KG ਹੌਸਪੀਟਲ, ਉਹਦੇ ਵਿੱਚ ਅਸੀਂ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਸਕਦੇ ਹਾਂ, ਉਹਨਾਂ ਬੱਚਿਆਂ ਨੂੰ ਅਸੀਂ ਐਡਮਿਸ਼ਨਾਂ ਦਵਾ ਕੇ ਉਹਨਾਂ ਨੂੰ ਮੁਫਤ 'ਚ ਪੜ੍ਹਾ ਸਕਦੇ ਹੈਗੇ ਆ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਇਹ ਹਸਪਤਾਲ ਜਿਹੜਾ ਹੈਗਾ ਉਹ ਇੱਥੋਂ ਦੀ ਸੇਵਾ ਲਈ ਸਮਰਪਿਤ ਹੈਗਾ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹਸਪਤਾਲ ਦੀ, ਕਿਸੇ ਤਰ੍ਹਾਂ ਦੀ ਵੀ ਬਿਮਾਰੀ ਦੀ, ਕਿਸੇ ਆਪਰੇਸ਼ਨ ਦੀ, ਕਿਉਂਕਿ ਮੈਂ ਆਪਰੇਸ਼ਨਾਂ ਦਾ ਸਪੈਸ਼ਲਿਸਟ ਹਾਂ, ਮੈਂ ਦੂਰਬੀਨ ਨਾਲ ਆਪਰੇਸ਼ਨ ਕਰਦਾ। ਮੇਰੇ ਨਾਲ ਦੇ ਜਿਹੜੇ ਸਾਡੇ ਡਾਕਟਰ ਨੇ ਉਹ ਵੀ ਸਪੈਸ਼ਲਿਸਟ ਨੇ, ਦੂਰਬੀਨ ਨਾਲ ਆਪਰੇਸ਼ਨ ਕਰਨ ਵਾਲੇ, ਮੈਡੀਕਲ ਸਪੈਸ਼ਲਿਸਟ, ਹਾਰਟ ਦੇ ਸਪੈਸ਼ਲਿਸਟ ਡਾਕਟਰ ਨੇ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ
ਜਿਹੜੀ ਹੈਗੀ ਸਿਹਤ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਸੰਸਥਾ ਦੇ ਥਰੂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਤੁਸੀਂ ਇੱਥੇ ਪਹੁੰਚੇ ਹੋ ਔਰ ਸੰਸਥਾ ਦਾ ਜਿਹੜਾ ਨੇ ਪ੍ਰੋਗਰਾਮ ਇੱਥੇ ਕਰਕੇ ਸਾਡੇ ਧਾਰੀਵਾਲ ਸ਼ਹਿਰ ਨੂੰ ਚਾਰ ਚੰਨ ਲਗਾਏ ਆ। ਔਰ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹੱਥੀਂ ਕਿਰਤ ਜ਼ਰੂਰ ਕਰਨੀ ਹੈ ਔਰ ਦੂਸਰਾ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਪੜ੍ਹਾਈ ਦੇਣੀ ਹੈ ਤੇ ਤੀਸਰਾ ਮੈਂ ਇਹ ਕਹਾਂਗਾ ਕਿ ਅਸੀਂ ਸਰਕਾਰੀ ਸਿਸਟਮ ਨੂੰ ਡਿਵੈਲਪ ਕਰਨਾ, ਸਰਕਾਰੀ ਸਕੂਲਾਂ ਨੂੰ ਡਿਵੈਲਪ ਕਰਨਾ, ਸਰਕਾਰੀ ਹਸਪਤਾਲਾਂ ਨੂੰ, ਸਰਕਾਰੀ ਵਿਭਾਗ ਜਿਹੜੇ ਨੇ ਉਹਨਾਂ ਨੂੰ ਡਿਵੈਲਪ ਕਰਨਾ, ਉਹਨਾਂ ਦੇ ਪਿੱਛੇ ਲੱਗਣਾ, ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ ਤਾਂ ਸਾਡੇ ਬੱਚਿਆਂ ਨੂੰ ਜਿਹੜੀਆਂ ਨੌਕਰੀਆਂ ਮਿਲਣਗੀਆਂ ਨਾ। ਤੇ ਉਹ ਜਿਹੜੀਆਂ ਸਰਕਾਰਾਂ ਉਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਰਕਾਰੀ ਸਿਸਟਮ ਨੂੰ ਪੈਦਾ ਕਰਦੀਆਂ ਨੇ, ਉਹਨਾਂ ਨੂੰ ਵੋਟ ਪਾਣੀ ਹੈ, ਉਹਨਾਂ ਨੂੰ ਸਰਪੰਚਾਂ ਨੂੰ ਅੱਗੇ ਲੈ ਕੇ ਆਉਣਾ, ਜਿਹੜੇ ਸਰਪੰਚ ਤੁਹਾਡੇ ਪਿੰਡ ਨੂੰ ਅੱਗੇ ਲੈ ਕੇ ਜਾਣ, ਜਿਹੜੇ ਤੁਹਾਡੇ ਸਮਾਜ ਨੂੰ ਅੱਗੇ ਲੈ ਕੇ ਜਾਣ, ਕਿਉਂਕਿ ਇਹ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਤੁਸੀਂ 5 ਸਾਲ ਬਾਅਦ ਆਪਣੇ ਚੰਗੇ ਸਰਪੰਚ ਨੂੰ ਚੁਣ ਸਕਦੇ ਹੋ, ਚੰਗੇ MLA ਨੂੰ ਚੁਣ ਸਕਦੇ ਹੋ, ਚੰਗੇ ਮੈਂਬਰ ਪਾਰਲੀਮੈਂਟ ਨੂੰ ਚੁਣ ਸਕਦੇ ਹੋ। ਉਹ ਤੁਹਾਡੀ ਜਿਹੜੀ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਹੱਲ ਕਰਦੇ ਆ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਐਸਪੀ ਸਾਹਿਬ ਜੀ ਨੂੰ ਰਿਕੁਐਸਟ ਹੈ ਕਿ ਆ ਕੇ ਸੰਗਤਾਂ ਨਾਲ ਕੁਝ ਗੱਲਬਾਤ ਕਰਨ। ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਮਾਈ ਭਾਗੋ ਸੇਵਾ ਸੁਸਾਇਟੀ ਦੇ ਚੇਅਰਮੈਨ ਸੋਹਲ ਸਾਹਿਬ, ਡਾਕਟਰ ਸਾਹਿਬ ਸਰਦਾਰ ਸੰਤੋਖ ਸਿੰਘ ਜੀ, ਤਲਵਿੰਦਰ ਸਿੰਘ ਸੋਹਲ ਸਾਹਿਬ, ਭੈਣ ਜੀ ਜਿਹੜੀ ਅਨਾਉਂਸਰ ਦਾ ਕੰਮ ਕਰ ਰਹੇ ਆ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਬੁਰਜ ਸਾਹਿਬ ਵਿਖੇ ਤੁਹਾਡਾ ਸਾਰਿਆਂ ਦਾ ਆਉਣ ਦਾ ਧੰਨਵਾਦੀ ਹਾਂ ਤੇ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਧਾਰੀਵਾਲ ਨੂੰ UK ਤੱਕ ਅੱਜ ਸ਼ਾਮ ਤੱਕ ਪਹੁੰਚਾ ਦਿੱਤਾ ਜਾਂ ਪਹੁੰਚਾ ਦਿਓਗੇ ਤੇ ਇੱਦਾਂ ਪਹੁੰਚਾਉਂਦੇ ਵੀ ਰਹੋ। ਗੁਰਬਾਣੀ ਦੇ ਸ਼ਲੋਕ ਦੇ ਮੁਤਾਬਕ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਬੀਬੀ ਸੋਹਲ ਸਾਹਿਬ ਰੁਪਿੰਦਰਜੀਤ ਕੌਰ ਜਿਹੜੇ ਕਿ UK 'ਚ ਨੇ, ਹੋਤੀ ਸਾਹਿਬ ਜਿਹੜੇ ਸਾਡੇ ਕੋਲ ਨੇ, ਸੋਹਲ ਸਾਹਿਬ ਜਿਹੜੇ ਮੇਰੇ ਛੋਟੇ ਵੀਰ ਨੇ, ਤੇ ਬਾਕੀ ਤਲਵਿੰਦਰ ਸਿੰਘ ਸੋਹਲ, ਸਰਦਾਰ ਸੰਤੋਖ ਸਿੰਘ, ਡਾਕਟਰ ਸਾਹਿਬ, ਇਹਨਾਂ ਦੀ ਬਾਹਰੋਂ ਆਈ ਟੀਮ ਤੇ ਟੋਟਲ ਪ੍ਰੈਸ ਦੇ ਨੁਮਾਇੰਦੇ ਜਿੰਨਾ ਕਾਫੀ ਅਜੇ ਵੀ ਹੁਣ ਵੀ ਮਿਹਨਤ ਕਰ ਰਹੇ ਤੇ ਬਾਅਦ 'ਚ ਵੀ ਕਰਨੀ ਆ। ਇਹ ਤੁਹਾਡਾ ਇੱਕ ਬਹੁਤ ਵੱਡਾ ਉਪਰਾਲਾ ਹੈ। जुल्म होता है बादशाह की हस्ती में, खुदा बसता है गरीबों की बस्ती में। ते इस करके ऐ मेरे सामने बैठे नेक लोगों, जां परमात्मा नाल जुड़े, जां परमात्मा दे नज़दीकी जीवो, असीं तुहाडे इत्थे आउण कारण शायद साडी भी हाज़री जिहड़ी है सत्संग विच उस परमात्मा के घर विच लग जाएगी। सिख धर्म जिहड़ा वा ये है ही सेवा वास्ते आ। एक बार इंग्लैंड च किसी अंग्रेज ने पुछया भी लंगर कित्थों लाउंदे जे, ਉਹਦਾ ਕਿਸੇ सज्जन ने जवाब दिता ही कि बाबा नानक जिहड़े सन साडे उन्हां 20 रुपइयां दी FD करवाई सी। ਇਹਨੂੰ ਡਿਟੇਲ 'ਚ ਦੱਸਣ ਜੋਗਾ ਮੇਰੇ ਕੋਲ ਟਾਈਮ ਨਹੀਂ ਹੈਗਾ। ਉਹਨਾਂ ਸੰਤਾਂ ਨੂੰ ਸੱਚੇ ਸੌਦੇ ਵਿੱਚ ਭੋਜਨ ਕਰਵਾਇਆ ਸੀ ਤੇ ਉਹ ਪੈਸਾ ਇੰਨਾ ਹੋ ਗਿਆ ਕਿ ਜਿੱਥੇ ਜਿੱਥੇ ਸਾਡੀ ਸਿੱਖ ਬਰਾਦਰੀ ਆ ਉਹ ਉਸ ਪੈਸੇ ਦੇ ਵਿਆਜ ਦੇ ਨਾਲ ਪੂਰੀ ਦੁਨੀਆ ਨੂੰ ਰੋਟੀ ਖਵਾਲਦੀ ਆ। ਤੇ ਮਾਈ ਭਾਗੋ ਸੇਵਾ ਸੁਸਾਇਟੀ ਦੇ ਸੰਤੋ, सेवादारों, पब्लिक दे सेवादारों, चंगी सोच वालिओ, मैनू ये पूरी उम्मीद आ कि तुहाडा भी ये जिहड़ा बीमा वा जां ये जिहड़ी FD आ, शायद इहदे उत्ते लखां नहीं करोड़ां लोग अपना कोई ना कोई फायदा हुंदा देखणगे। महाराज तुहाडी बहुत लंबी उम्र करे, ਤੁਹਾਡੇ ਪਰਿਵਾਰਾਂ ਤੇ ਸੁੱਖ ਸ਼ਾਂਤੀ
ਰੱਖੇ ਤਾਂ ਕਿ ਤੁਹਾਡੀ ਬੁੱਧੀ ਨੇਕ ਰਹੇ, ਰੱਬ ਤੋਂ ਡਰੋ। ਦ ਫੀਅਰ ਆਫ ਦ ਗਾਡ ਇਜ਼ ਬਿਗਨਿੰਗ ਆਫ ਦ ਨਾਲੇਜ। ਜਿਹੜਾ ਬੰਦਾ ਭਗਵਾਨ ਤੋਂ ਡਰਦਾ ਉਹ ਭਗਵਾਨ ਦੇ ਲਾਗੇ ਹੁੰਦਾ, ਤੇ ਜਿਹੜਾ ਬੱਚਾ ਮਾਂ ਕੋਲ ਡਰਦਾ ਮਾਂ ਉਹਨੂੰ ਜ਼ਿਆਦਾ ਖਾਣ ਨੂੰ ਦਿੰਦੀ ਹੈ। ਜਿੰਨੇ ਇਹਨਾਂ ਉਪਰਾਲੇ ਕੀਤੇ ਆ ਉਹ ਨਹੀਂ ਮੈਂ ਗਿਣਾਉਣ ਲੱਗਾ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਬੜੇ ਬੜੇ ਸਿਆਣੇ ਬੁਲਾਰੇ ਜਿਹੜੇ ਬੁਲਾਗੇ ਆ ਮੇਰੇ ਸਾਹਮਣੇ ਜਿਹੜਾ ਰੱਬ ਦੇ ਰੂਪ ਪੌਦੇ ਆ, ਇਹ ਸਾਡੇ ਤੋਂ ਬਹੁਤ ਜ਼ਿਆਦਾ ਸੀਨੀਅਰ ਨੇ। ਦੁਨੀਆ ਦੇ ਵਿੱਚ ਇਨਸਾਨ ਬਾਅਦ ਚ ਆਇਆ, ਪੌਦੇ ਪਹਿਲਾਂ ਆਏ। ਧਰਤੀ ਦੇ ਉੱਤੇ ਅਗਰ ਕਿਸੇ ਨੂੰ ਹੱਕ ਵਾ ਜੀਣ ਦਾ ਪਹਿਲਾਂ, ਤੇ ਉਹ ਪੌਦਿਆਂ ਨੂੰ ਆ। ਕਿਉਂਕਿ ਅਗਰ ਮੈਂ ਆਪਣੇ ਘਰ 'ਚ ਰਹਿਣਾ ਤੇ ਕੋਈ ਦੂਜਾ ਆਊਗਾ ਤੇ ਮੈਨੂੰ ਪੁੱਛ ਕੇ ਹੀ ਆ ਸਕਦਾ, ਉੱਦਾਂ ਨਹੀਂ ਆ ਸਕਦਾ। ਪਰ ਸਾਡੀ ਨਲਾਇਕੀ ਕੀ ਆ ਕਿ ਅਸੀਂ ਤੇ ਇਹਨਾਂ ਨੂੰ ਪੁੱਛਦੇ ਵੀ ਨਹੀਂ ਤੇ ਵੱਢ ਦਿੰਦੇ ਆ। ਇਹਨਾਂ ਨੂੰ ਪਾਣੀ ਨਹੀਂ ਪਾਉਂਦੇ, ਇਹਨਾਂ ਨੂੰ ਅਸੀਂ ਪਾਲਦੇ ਨਹੀਂ ਹੈਗੇ। ਤੇ ਮਹਾਰਾਜ ਸਾਨੂੰ ਸਜ਼ਾ ਉਹਦੀ ਕੀ ਦਿੰਦਾ ਵਾ? ਕਰੋਨਾ। 3 ਲਫ਼ਜ਼ ਨੇ ਸਾਰੀ ਧਰਤੀ ਹਿਲਾ ਕੇ ਰੱਖ ਦਿੰਦੀ ਆ। ਤੁਸੀਂ ਸਾਰਿਆਂ ਚੰਗੀ ਤਰ੍ਹਾਂ ਦੇਖਿਆ ਹੋਵੇਗਾ, ਅਮਰੀਕਾ ਦੇ ਵਿੱਚ ਵੱਡੇ ਵੱਡੇ 26 ਟਾਇਰ 36 ਟਾਇਰ ਵਾਲੇ ਟਰੱਕ ਆਉਂਦੇ ਸੀ, ਸੈਂਕੜੇ ਲਾਸ਼ਾਂ ਉਹਨਾਂ ਦੇ ਵਿੱਚ ਹੁੰਦੀਆਂ ਸੀ। ਬਹੁਤ ਵੱਡੇ ਟੋਏ ਪੁੱਟੇ ਹੁੰਦੇ ਸੀ, ਉੱਥੇ ਲਾ ਕੇ ਚੱਕਰ ਘੁਮਾ ਦਿੰਦੇ ਸੀ, ਸਾਰੀਆਂ ਵਿੱਚ ਡਿੱਗ ਜਾਂਦੀਆਂ, ਉੱਤੇ ਮਿੱਟੀ ਪਾ ਛੱਡਦੇ। ਉਹ ਦਿਨ ਯਾਦ ਕਰ ਲਓ ਕਰੋਨਾ ਦੇ, ਤੇ ਪਰਮਾਤਮਾ ਨੂੰ ਯਾਦ ਕਰਕੇ ਪੌਦੇ ਲਾਓ ਤਾਂ ਕਿ ਸਾਡੇ ਕੋਲ ਆਕਸੀਜਨ ਇੰਨੀ ਹੋ ਜੇ ਕਿ ਕਰੋਨਾ ਸਾਡੇ ਲਾਗੇ ਆਵੇ ਹੀ ਨਾ। ਪੱਕੀਆਂ ਸੜਕਾਂ ਬਣੀਆਂ, ਇਹਨਾਂ ਤੇ ਆਵੇ ਤੇ ਇਹਨਾਂ ਦੇ ਜਿੱਧਰ ਨੂੰ ਜਾਣਾ ਅੱਗੇ ਚਲਿਆ ਜਾਵੇ। ਧਾਰੀਵਾਲ 'ਚ ਦਰਖਤ ਲਾਉਣ ਦੇ ਕਾਰਨ ਧਾਰੀਵਾਲ ਦਾ ਇੱਕ ਵੀ ਵਸਨੀਕ ਕਰੋਨਾ ਨਾਲ ਨਹੀਂ ਮਰਿਆ। ਉਹ ਅਲੱਗ ਚੀਜ਼ ਆ ਕਿ ਕੋਈ ਸਾਡਾ ਰਿਸ਼ਤੇਦਾਰ ਕਿਤੇ ਬਾਹਰ ਚਲੇ ਗਿਆ, ਉੱਥੋਂ ਬਿਮਾਰ ਹੋ ਕੇ ਇੱਥੇ ਫੂਕਣ ਵਾਸਤੇ ਉਹਨਾਂ ਲੈਣ ਦਾ, ਉਹ ਇੱਕ ਅਲੱਗ ਚੀਜ਼ ਹੈ। ਤੇ ਆਏ ਮੇਰੇ ਸਾਹਮਣੇ ਬੈਠੇ ਸੰਤੋ, ਭਗਤੋ, ਸੇਵਾਦਾਰੋ, ਇਹ ਸੁਸਾਇਟੀ ਜਿਹੜੀ ਆ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਇਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁੱਖ ਮਹਿਮਾਨ ਸਰਦਾਰ ਸੰਸਾਰ ਸਿੰਘ ਜੀ ਨੂੰ ਰਿਕੁਐਸਟ ਹੈ ਕਿ ਆ ਕੇ ਸੰਗਤਾਂ ਨਾਲ ਕੁਝ ਵਿਚਾਰ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੜਾ ਧੰਨਵਾਦ ਹਾਂ ਵੀ ਸਾਡਾ ਪਰਿਵਾਰ ਬਹੁਤ ਮਤਲਬ ਵੱਡਾ ਹੋ ਗਿਆ ਹੈ, ਅਤੇ ਅੱਗੇ ਤੋਂ ਵੀ ਸਾਨੂੰ ਪਰਮਾਤਮਾ ਸੋਝੀ ਬਖਸ਼ੇ ਵੀ ਅਸੀਂ ਇੱਦੋਂ ਵੀ ਤੁਹਾਡੀ ਵੱਧ ਚੜ੍ਹ ਕੇ ਸੇਵਾ ਕਰ ਸਕੀਏ। ਅਤੇ ਇਸ ਜਿਹੜਾ ਸਾਰਾ ਸਿਹਰਾ ਹੈਗਾ ਸਾਡੀ ਇੱਥੇ ਦੀ ਟੀਮ ਨੂੰ ਆ। ਸਰਦਾਰ ਪ੍ਰਧਾਨ ਜੀ ਸਾਡੇ ਆ, ਮਨਦੀਪ ਸਿੰਘ ਜੀ ਆ, ਅਤੇ ਬਾਕੀ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਨੇ, ਇਹ ਬੜੀ ਮਿਹਨਤ ਕਰਦੇ ਹੈਗੇ ਆ। ਅਤੇ ਘਰੀ ਘਰੀ ਜਾ ਕੇ ਤਾਂ ਤੁਹਾਨੂੰ ਰਾਸ਼ਨ ਪਹੁੰਚਾਉਂਦੇ ਆ, ਤੁਹਾਡੀਆਂ ਤਕਲੀਫਾਂ ਸੁਣਦੇ ਆ। ਅਸੀਂ ਤਾਂ ਬਾਹਰੋਂ ਚਲੋ ਆਪਣਾ ਉਪਰਾਲਾ ਕਰ ਸਕਦੇ ਹਾਂ, ਬਾਕੀ ਇਹ ਸਾਰਾ ਸਿਹਰਾ ਸਾਡੀ ਟੀਮ ਦੇ ਉੱਤੇ ਜਾਂਦਾ ਹੈਗਾ। ਅਤੇ ਇੰਨਾ ਕੁਛ ਕਹਿੰਦਾ ਮੈਂ ਆਪ ਦਾ, ਇੱਥੇ ਆਉਣ ਵਾਲੇ ਸੱਜਣਾਂ ਦਾ, ਆ ਮੇਰੇ ਪਿੱਛੇ ਬੈਠੇ ਜਿੰਨੇ ਵੀ ਬਜ਼ੁਰਗ ਨੇ ਜਾਂ ਮੇਰੇ ਹਾਣੀ ਪਰਮਣੀ ਨੇ, ਉਹਨਾਂ ਦਾ ਮੈਂ ਬਹੁਤ ਧੰਨਵਾਦ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਪੀ ਚਾਲ ਸਿੰਘ ਜੀ ਨੇ ਦੱਸਿਆ ਤੁਹਾਨੂੰ ਦਰਖਤਾਂ ਵੱਲੋਂ। ਉਹਨਾਂ ਦੇ ਸੰਬੰਧ 'ਚ ਮੈਂ ਇੱਕ ਗੱਲ ਸਾਰਿਆਂ ਨੂੰ ਦੱਸੂਗੀ ਕਿ ਇੱਕ ਵਾਰੀ ਨਾ ਇੱਕ ਜੰਗਲ ਨੂੰ ਅੱਗ ਲੱਗ ਜਾਂਦੀ ਹੈ, ਤੇ ਇੱਕ ਚਿੜੀ ਕੀ ਕਰਦੀ ਹੈ, ਛੋਟੀ ਜਿਹੀ ਚਿੜੀ, ਉਹ ਕੀ ਕਰਦੀ ਹੈ, ਲਾਗੇ ਛੱਪੜੀ ਦੇ ਵਿੱਚੋਂ ਆਪਣੀ ਚੁੰਝ ਦੇ ਵਿੱਚ ਪਾਣੀ ਭਰ ਕੇ ਨਾ ਤੇ ਉਹ ਪੂਰੇ ਜੰਗਲ ਤੇ ਸੁੱਟਦੀ ਆ, ਤੇ ਸਾਰੇ ਹੱਸਦੇ ਨੇ ਉਹਦੇ ਤੇ। ਤੁਸੀਂ ਵੀ ਹੱਸੋਗੇ ਹੈ ਨਾ, ਐਡਾ ਵੱਡਾ ਜੰਗਲ ਪੂਰਾ, ਤੇ ਛੋਟੀ ਜਿਹੀ ਚਿੜੀ ਉਹਦੇ ਉੱਤੇ ਪਾਣੀ ਸੁੱਟੇ ਤੇ ਹਾਸਾ ਤੇ ਆਊਗਾ ਹੀ ਨਾ। ਤੇ ਕਿਸੇ ਨੇ ਨਾ ਰਾਹ 'ਚ ਜਾਂਦਿਆਂ ਪੁੱਛਿਆ ਵੀ ਚਿੜੀਏ, ਐਡਾ ਵੱਡਾ ਜੰਗਲ ਤੇ ਤੇਰੇ ਇੰਨੀ ਕੁ ਚੁੰਝ ਦੇ ਪਾਣੀ ਨਾਲ ਜੰਗਲ ਦੀ ਅੱਗ ਬੁੱਝ ਜੇਗੀ? ਤੇ ਚਿੜੀ ਪਤਾ ਕੀ ਕਹਿੰਦੀ? ਕਹਿੰਦੀ ਅੱਗ ਬੁੱਝੇ ਚਾਹੇ ਨਾ ਬੁੱਝੇ, ਇਹਦੇ ਨਾਲ 3 ਫਾਇਦੇ ਹੋਣਗੇ। ਕਿੰਨੇ ਫਾਇਦੇ ਹੋਣਗੇ? ਕਹਿੰਦੀ ਪਹਿਲਾ ਫਾਇਦਾ ਇਹ ਹੋਊਗਾ, ਹੋ ਸਕਦਾ ਮੇਰੀ ਸੇਵਾ ਤੋਂ ਖੁਸ਼ ਹੋ ਕੇ ਰੱਬ ਮੀਂਹ ਪਾ ਦੇ, ਹੈ ਨਾ। ਕਹਿੰਦੀ ਦੂਜਾ ਫਾਇਦਾ ਇਹ ਹੋਊਗਾ, ਹੋ ਸਕਦਾ ਮੇਰੇ ਵੱਲ ਵੇਖ ਕੇ ਬਾਕੀ ਜਾਨਵਰ ਆ ਜਾਣ, ਹੈ ਨਾ। ਹੋ ਸਕਦਾ ਹਾਥੀ ਆ ਜਾਏ, ਹਾਥੀ ਦੀ ਸੁੰਡ 'ਚ ਕਿੰਨਾ ਪਾਣੀ ਆ ਜਾਂਦਾ।
ਕਹਿੰਦੀ ਤੀਜਾ ਫਾਇਦਾ ਇਹ ਹੋਊਗਾ, ਮਰਨਾ ਤੇ ਸਾਰਿਆਂ ਨੇ, ਗੱਲ ਪਤਾ ਨਾ, ਇੱਕ ਦਿਨ ਜੇ ਆਪਾਂ ਧਰਤੀ ਤੇ ਆਏ ਤੇ ਮਰਨਾ ਤੇ ਸਾਰਿਆਂ ਨੇ। ਕਹਿੰਦੀ ਮੇਰਾ ਨਾਂ ਲਾਉਣ ਵਾਲਿਆਂ 'ਚ ਨਹੀਂ, ਮੇਰਾ ਨਾਮ ਬੁਝਾਉਣ ਵਾਲਿਆਂ ਦੀ ਲਿਸਟ 'ਚ ਹੋਊਗਾ। ਤੇ ਇਸ ਟਾਈਮ ਤੁਹਾਨੂੰ ਪਤਾ ਕਿ ਸਾਡਾ ਪੰਜਾਬ ਇੱਕ ਜੰਗਲ ਬਣਿਆ ਹੋਇਆ, ਬਣਿਆ ਨਾ, ਨਸ਼ੇ ਦੇ ਹੜ੍ਹ 'ਚ, ਕਰੋਨਾ, ਗਰਮੀ। ਤੇ ਇੱਕ ਫਾਇਦਾ ਤੇ ਆਪਾਂ ਕਰ ਹੀ ਸਕਦੇ ਹਾਂ ਨਾ, ਦਰਖਤ ਤੇ ਲਗਾ ਹੀ ਸਕਦੇ ਹੋ, ਸਾਡੇ ਹੱਥ ਵੱਸ ਆ, ਹੈ ਨਾ। ਕੁਛ ਨਾ ਕੁਛ ਤੇ ਆਪਾਂ ਯੋਗਦਾਨ ਆਪਣੇ ਪੰਜਾਬ ਲਈ ਪਾਈਏ, ਤਾਂ ਜੋ ਜਦੋਂ ਮਰਨਾ ਰੱਬ ਨੇ ਸਾਨੂੰ ਪੁੱਛਣਾ ਵੀ ਕੀ ਕਰਕੇ ਆਇਆ, ਕੁਛ ਨਾ ਕੁਛ ਤੇ ਸਾਡਾ ਸੇਵਾ 'ਚ ਸਮਰਪਿਤ ਹੋਵੇ। ਮੇਰੀ ਸਾਰੇ ਰੱਬੀ ਰੂਹਾਂ ਨੂੰ ਰਿਕੁਐਸਟ ਹੈ ਕਿ ਸਾਰੇ ਜਾਣੇ ਇੱਕ ਵਾਰੀ ਸਟੇਜ ਤੇ ਆਉਣ। ਭਲੇ ਸੋ ਨਿਹਾਲ, 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 ਭਲੇ ਸੋ ਨਿਹਾਲ। ਅੰਕਲ ਜੀ ਬੋਲੇ ਸੋ ਨਿਹਾਲ। ਮਨਦੀਪ ਜਾਓ, ਆ ਜਾਓ ਜੀ। ਬੋਲੇ ਸੋ ਨਿਹਾਲ। ਮਨਦੀਪ ਜਾਓ, ਚਲੋ। ਇੱਕ ਭੈਣ ਜੀ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਸਟੇਜ ਤੇ ਆਉਣ। ਭੈਣ ਜੀ ਕਸ਼ਮੀਰ ਕੌਰ, ਇਹ ਭੈਣ ਜੀ ਨੂੰ ਅੰਕਲ ਜੀ ਇਹਨਾਂ ਦੇ ਘਰ ਗਏ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਬੂਟੇ ਲੈ ਕੇ ਗਏ ਤੇ ਅੰਕਲ ਜੀ ਨੂੰ ਕਹਿੰਦੇ, ਅੰਕਲ ਜੀ ਮੈਂ ਤੁਹਾਡੇ ਕੋਲੋਂ ਬੂਟੇ ਲੈ ਕੇ ਗਈ ਸੀ, ਵੇਖੋ ਮੈਂ ਮਿਹਨਤ ਕਰਕੇ ਕਿਨੂਆਂ ਦਾ ਕਿੱਡਾ ਵੱਡਾ ਬੂਟਾ ਕੀਤਾ। ਭਲੇ ਸੋ ਨਿਹਾਲ। ਖੜੇ ਤੁਸੀਂ ਜਿੰਨੇ ਵੀ ਸਾਡੇ ਕੋਲ ਆਉਂਦੇ ਸੀ ਸਾਰਿਆਂ ਨੇ ਹੀ ਬੂਟੇ ਖੜੇ ਸੀ, ਪਰ ਇਹਨਾਂ ਦੇ ਮੈਂ ਜਦੋਂ ਘਰ ਗਿਆ ਤੇ ਇਹਨਾਂ ਨੇ ਮੈਨੂੰ ਵਿਖਾਇਆ 2 ਬੂਟੇ ਅੰਕਲ ਖੜੇ ਆ ਤੇ ਦੋਵਾਂ ਨੂੰ ਵੇਖ ਲਓ ਕਿੰਨੀ ਮੈਂ ਸੇਵਾ ਕਰਕੇ ਪਾਲਿਆ ਵਾ। ਇਸ ਬੀਬੀ ਨੇ ਵਾਕਿਆ ਹੀ ਉਹ ਬੂਟਿਆਂ ਦੀ ਇੰਨੀ ਪਾਲਣ ਪੋਸ਼ਣ ਕੀਤੀ ਕਿ ਉਹ ਅੱਜ ਬੂਟੇ ਐਡੇ ਐਡੇ ਬੂਟੇ ਹੋਏ ਆ 2 ਸਾਲ ਦੇ ਵਿੱਚ, ਤੇ ਉਹਨਾਂ ਨੂੰ ਅਗਲੇ ਸਾਲ ਫਲ ਲੱਗੇਗਾ ਤੇ ਇਹ ਇਹਨਾਂ ਦੇ ਬੱਚੇ ਉਹ ਖਾਣਗੇ। ਸੋ ਜਿਨ੍ਹਾਂ ਨੇ ਵੀ ਤੁਸੀਂ ਬੂਟੇ ਖੜਨੇ ਆ ਹੁਣ ਵੀ ਉਹਨਾਂ ਨੂੰ ਪਾਲਣਾ ਵਾ ਤੇ ਗਾਂ ਤੁਸੀਂ ਵੀ ਦੱਸਣਾ ਵਾ ਵੀ ਆ ਵੇਖੋ ਤੁਹਾਡੇ ਦਿੱਤੇ ਹੋਏ ਬੂਟੇ ਕਿਵੇਂ ਲੱਗੇ ਆ ਸੰਸਥਾ ਦੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਇੱਥੋਂ ਦੱਸਦਾ ਵਾਂ, ਸਾਡੇ ਕੋਲ ਕਿੱਥੇ ਭਲੋਜਲਾ ਪਿੰਡ ਵਾ, ਉੱਥੋਂ ਭੈਣਾਂ ਮੇਰੀਆਂ ਆਈਆਂ ਬੀਚੀਆਂ। ਜੱਬੋਵਾਲ ਪਿੰਡ ਵਾ, ਉੱਥੋਂ ਆਈਆਂ ਹੋਈਆਂ। ਮਹਿਤੇ ਤੋਂ ਆਈਆਂ ਹੋਈਆਂ। ਕਿੱਥੇ ਕੀੜੀ ਫਗਾਨਾ ਪਿੰਡ ਵਾ, ਉੱਥੋਂ ਆਈਆਂ ਹੋਈਆਂ। ਬਹੁਤ ਬਹੁਤ ਦੂਰੋਂ, ਕਲਾਨੌਰ ਤੋਂ, ਡੇਰਾ ਬਾਬਾ ਨਾਨਕ ਤੋਂ, ਬਹੁਤ ਬਹੁਤ ਦੂਰ ਤੋਂ ਇਹ ਜਿਹੜੀਆਂ ਬੀਬੀਆਂ ਲੋੜਵੰਦ ਪਰਿਵਾਰ ਨੇ ਆਏ ਹੋਏ ਨੇ, ਪਰ ਸਾਰੇ ਹੀ ਬਹੁਤ ਲੋੜਵੰਦ ਨੇ। ਤੇ ਮੈਂ ਬੇਨਤੀ ਇਹ ਕਰਾਂਗਾ ਕਿ ਇਹਨਾਂ ਦੀ ਇਸੇ ਤਰ੍ਹਾਂ ਹੀ ਲੋੜਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਰਹਿਣ। ਕੋਈ ਵੀ ਇੱਥੋਂ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਕੋਈ ਨਾਰਾਜ਼ ਹੋ ਕੇ ਕਦੀ ਵੀ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਡੇ ਅਧਿਆਪਕ ਸਭਾਨ ਆਉਣ ਜਿਹੜੇ ਬੱਚਿਆਂ ਨੂੰ ਸਿਲਾਈ ਸੈਂਟਰ ਤੇ ਸੇਵਾ ਕਰਦੇ ਨੇ। ਅਮਨਦੀਪ ਕੌਰ, ਇੱਕ ਟੀਚਰ ਹੋ, ਇੱਕ ਟੀਚਰ ਕੀ, ਹਾਂਜੀ ਹਾਂਜੀ ਫੜੋ ਪੁਰਾਣਾ ਤਾਲੀਬਾਨ ਕੀ ਟੀਚਰ ਦਾ ਨਾਮ? ਬਲਜੀਤ ਕੌਰ,
ਅੱਦੇ ਹਾਂ ਉਹਨਾਂ ਕੋਲ ਦਵਾਈ ਉਹਨਾਂ ਨਾਲ ਆ ਜਾਓ ਸਰਿਸ਼ਟਾ ਦੇ ਅੱਛਾ ਉਧਰ ਜਾਓ ਮਨਦੀਪ ਕੋ ਰਹਿਣਾ ਮਨਦੀਪ ਕੋ ਹਾਂ ਉਹ ਇਹ ਸ੍ਰਿਸ਼ਟਾ ਦੇ ਇਹਨਾਂ ਦੇ ਵੀ ਦੇ ਇਹ ਮਨਦੀਪ ਕੋ ਫਿਜ਼ੀਓਥੈਰੇਪੀ ਵਾਲੇ ਵੀ ਹੈ ਨਾ ਤੁਸੀਂ ਚਲੋ ਜੀ ਜਿਹਨਾਂ ਲੈ ਲਿਓ ਚਲੋ ਹੈ ਇੱਕ ਮਿੰਟ ਨਾਂ ਨੂੰ ਬੋਲੀ ਜੋ ਇਲਾਕਾ ਜਿਹੜਾ ਨਾਂ ਦਾ ਇਲਾਕਾ ਕੌਣ ਹੈ ਇਹ ਇਹਨਾਂ ਦਾ ਪਿੰਡ ਹੈ ਗੌਰਡਰ ਨਾਮ ਕੀ ਹਾਂਜੀ ਪ੍ਰਿयंका ਹਾਂਜੀ ਭੈਣ ਜੀ ਪ੍ਰਿयंका ਫਿਜ਼ੀਓਥੈਰੇਪੀ ਸੈਂਟਰ ਵਾਲਾ ਕੀ ਕਹਿਣਾ ਇਹਨਾਂ ਦਾ ਫਿਜ਼ੀਓਥੈਰੇਪੀ ਇਹਨਾਂ ਮੈਂ ਦੱਸਦਾ ਹਾਂ ਤੁਹਾਨੂੰ ਇੱਕ ਦਾ ਨਾਮ ਹੈਗਾ ਵਾ ਊਸ਼ਾ ਰਾਣੀ ਬੋਲ ਇਹ ਕਿਹੜੀ ਹੈ ਫੀਸ ਵਾਸਤੇ ਅੱਛਾ ਪਹਿਲਾਂ ਉਹਨਾਂ ਨੂੰ ਦੇਈ ਆਵਾਜ਼ ਦੇ ਊਸ਼ਾ ਠੀਕ ਹੈ ਬੋਲ ਊਸ਼ਾ ਫਜੂਪੁਰ ਤੋਂ ਫਿਜ਼ੀਓਥੈਰੇਪੀ ਵਾਲੀ ਫਿਜ਼ੀਓਥੈਰੇਪੀ ਵਾਲੇ ਊਸ਼ਾ ਫੱਜੂਪੁਰ ਤੋਂ ਇੱਕ ਦੂਜੀ ਸਰਬਜੀਤ ਕੌਰ ਫਿਜ਼ੀਓਥੈਰੇਪੀ ਸਰਬਜੀਤ ਕੌਰ ਫਿਜ਼ੀਓਥੈਰੇਪੀ ਹਾਂਜੀ ਹਾਂਜੀ ਕਿੱਥੇ ਹੋ ਕੋਈ ਨਹੀਂ ਮਿਲਦਾ इधर आ जाओ सामने हैं ये कौन देवी एक बोलना तुम सोल तो जड़ी फीस वाली ਦੋ ਬੱਚੇ ਆਕਾਸ਼ਦੀਪ ਸਿੰਘ ਤੇ ਜਸਕਰਨ ਨਿਸ਼ ਆ ਲਿਖਿਆ ਆਕਾਸ਼ਦੀਪ ਸਿੰਘ ਤੇ ਜਸਕਰਨ ਆਹੋ ਬੱਚਿਆਂ ਦੀ ਮਨ ਹੀ ਆਈ ਹੈ ਬੋਲਿਓ ਦੋ ਬੱਚਿਆਂ ਦੀ ਪੜ੍ਹਾਈ ਦੀ ਫੀਸ ਵਾਲੇ ਉਹਨਾਂ ਦੇ ਮਦਰ ਆਏ ਨੇ ਆਕਾਸ਼ਦੀਪ ਸਿੰਘ ਤੇ ਜਸਕਰਨ ਸੋਹਲ ਤੋਂ ਠੀਕ ਹੈ ਠੀਕ ਕੀ ਆ ਬੇਟੀ ਰੂਪੀ ਇਹਦਾ ਆਨੰਦ ਕਾਰਜ ਹੈ ਇਹਦੀ ਸੇਵਾ ਸੰਸਾਰ ਸਿੰਘ ਅੰਕਲ ਜੀ ਵੱਲੋਂ ਸਿਮਰਨਜੀਤ ਕੌਰ ਫੀਸ ਵਾਲੀ ਠੀਕ ਹੈ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਬੇਟੀ ਰੂਪੀ ਬਾਲੇ ਚੱਕ ਤੋਂ ਇਸ ਦੇ ਆਨੰਦ ਕਾਰਜ ਲਈ ਇਸ ਨੂੰ ਸ਼ਗਨ ਸਕੀਮ ਤੇ ਨਾਲ ਰਾਸ਼ਨ ਦੀ ਸੇਵਾ ਕੀਤੀ ਗਈ ਵਿਆਹ ਵਾਸਤੇ बेटी हाँ जी सिलाई मशीन वाले भैन जी आए ने नाथपुर पिंड तो ये भैन जी नाथपुर तो ने इन्हां दे हसबैंड दी डेथ हो चुकी है उन्हां नूं किडनी प्रॉब्लम सीगी ਤੇ ਭੈਣ ਜੀ ਕਿਸੇ ਦੀ ਦੁਕਾਨ ਤੇ ਜਾ ਕੇ ਸਲਵਾਰਾਂ ਸੀ ਕੇ ਤੇ ਸਿਲਾਈ ਦਾ ਕੰਮ ਕਰਕੇ ਆਪਣੇ ਘਰ ਦੇ ਦੋ ਬੱਚੇ ਨੇ ਇਹਨਾਂ ਦੇ ਪੜ੍ਹਾਈ ਕਰਦੇ ਨੇ ਤੇ ਉਹਨਾਂ ਨੂੰ ਇਸ ਕਰਕੇ ਘਰ ਵਾਸਤੇ ਸਿਲਾਈ ਮਸ਼ੀਨ ਲੈ ਕੇ ਦਿੱਤੀ ਗਈ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਇਹ ਵੀਰ ਜੀ ਬਿਲਕੁਲ ਨਹੀਂ ਚੱਲ ਫਿਰ ਸਕਦੇ ਇਹਨਾਂ ਨੂੰ ਰਿਮੋਟ ਵਾਲੀ ਵੀਲ ਚੇਅਰ ਲੈ ਕੇ ਦਿੱਤੀ ਗਈ ਵੀਰ ਜੀ ਹੁਣ ਆਰਾਮ ਨਾਲ ਕਿਤੇ ਜਾ ਸਕਦੇ ਨੇ ਆ ਸਕਦੇ ਨੇ ਮੇਰਾ ਨਾਮ ਪ੍ਰੇਮ ਸਿੰਘ ਹੈ ਪਿੰਡ ਮੇਰਾ ਪੀਰ ਦੀ ਸੈਨ ਹੈ ਮੈਂ 100% ਹੈਂਡੀਕੈਪਟ ਹਾਂ
ਮਾਈ ਭਾਗੋ ਸੋਸਾਇਟੀ ਵਾਲਿਆਂ ਨੇ ਮੇਰੀ ਮਦਦ ਕੀਤੀ ਹੈ। ਮੈਨੂੰ ਵੀਲਚੇਅਰ ਲੈ ਕੇ ਦਿੱਤੀ ਹੈ। ਨਾਲ ਉਹਨਾਂ ਮੈਨੂੰ ਸੌਦੇ ਦੀ ਵੀ ਸੇਵਾ ਕੀਤੀ ਹੈ, ਸੌਦਾ ਵੀ ਦਿੰਦੇ ਆ। ਵੀਲਚੇਅਰ ਲੈ ਕੇ ਦਿੱਤੀ ਹੈ। ਮੈਂ ਬੜਾ ਧੰਨਵਾਦੀ ਸੋਸਾਇਟੀ ਵਾਲਿਆਂ ਦਾ ਤੇ ਯੂਕੇ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ। ਮੈਨੂੰ ਵੀਲਚੇਅਰ ਲੈ ਕੇ ਦਿੱਤੀ ਹੈ, ਮੈਂ ਜਿੱਥੇ ਮਰਜ਼ੀ ਜਾ ਸਕਦਾ। ਪਹਿਲਾਂ ਮੈਨੂੰ ਚੁੱਕ ਕੇ ਖੜਨਾ ਪੈਂਦਾ ਸੀ, ਹੁਣ ਇਹ ਵੀ ਮੈਂ ਆਸਾਨ ਹੋ ਗਿਆ ਮੈਨੂੰ ਕਿ ਮੈਂ ਵੀਲਚੇਅਰ 'ਤੇ ਜਾ ਸਕਦਾ। ਬੜਾ ਮੈਂ ਧੰਨਵਾਦ ਉਹਨਾਂ ਦਾ। ਪਹਿਲਾਂ ਨਾਲੋਂ ਹੋਣ ਨਾਲੋਂ ਮੈਂ ਬਹੁਤ ਜ਼ਿਆਦਾ ਬਿਹਤਰ ਫੀਲ ਕਰਦਾ, ਵਧੀਆ ਫੀਲ ਕਰਦਾ ਮੈਂ, ਕਿਉਂਕਿ ਮੈਂ ਜਿੱਥੇ ਮਰਜ਼ੀ ਜਾ ਸਕਦਾ ਹਾਂ। ਮੈਨੂੰ ਕੋਈ ਸਹਾਰੇ ਦੀ ਲੋੜ ਨਹੀਂ ਪਊਗੀ। ਮੇਰੇ ਕੋਲ ਇਹਨਾਂ ਦਾ ਇੱਕ ਸੋਸਾਇਟੀ ਵਾਲਿਆਂ ਦਾ ਮੈਂਬਰ ਗਿਆ ਹੈਗਾ, ਉਹਨਾਂ ਮੇਰੀ ਮਦਦ ਕੀਤੀ। ਮੇਰਾ ਅਖਬਾਰ ਵਿੱਚ ਗਿਆ ਹੈਗਾ YouTube ਦੇ ਉੱਤੇ, ਉਹਨਾਂ ਵੇਖ ਕੇ ਸੁਣ ਕੇ ਮੇਰੀ ਮਦਦ ਕਰਨ ਦੇ ਲਈ ਆਏ। ਉਹਨਾਂ ਮੇਰੀ ਮਦਦ ਕੀਤੀ ਇੱਥੇ ਆ ਕੇ। ਉਹਨਾਂ ਮੇਰਾ ਨਾਮ ਲਿਖ ਕੇ ਖੜਿਆ, ਮੈਨੂੰ ਫਿਰ ਸੌਦੇ ਦੀ ਸੇਵਾ ਦਿੱਤੀ। ਬੜਾ ਧੰਨਵਾਦੀ ਮਾਲ ਹੁਣ ਮਹਿਸੂਸ ਕਰਦਾ ਮੈਂ ਕਿ ਠੀਕ ਹੈ ਜੀ, ਇਹ ਪ੍ਰਮਾਤਮਾ ਜਿੱਦਾਂ ਇਹਨਾਂ ਮੇਰੀ ਮਦਦ ਕੀਤੀ ਹੈ, ਪ੍ਰਮਾਤਮਾ ਮੈਨੂੰ ਹੋਰ ਵੀ ਦੇਵੇ ਤੇ ਦੂਸਰਿਆਂ ਦੀ ਮਦਦ ਕਰਨਾ। ਦੂਜੇ ਵੀ ਇਹਨਾਂ ਸੋਸਾਇਟੀ ਦੀ ਧੰਨਵਾਦ ਕਰੋ ਸੋਸਾਇਟੀ ਦਾ। ਤੁਹਾਨੂੰ ਬੁਲਾਇਆ ਜਾਵੇਗਾ, ਉਸੇ ਤਰੀਕੇ ਨਾਲ ਤੁਸੀਂ ਆਪੋ ਆਪਣਾ ਰਾਸ਼ਨ ਲੈ ਕੇ ਫੇਰ ਘਰਾਂ ਨੂੰ ਜਾਣਾ ਹੈ। ਠੀਕ ਹੈ ਜੀ।